ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਰਵੇਸ਼, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨੀ ਹਜੂਰ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੁਝ ਚਿਰ ਤੋਂ ਦੱਖਣੀ ਓਂਕਾਰ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਮਹਾਰਾਜ। ਓਂਕਾਰੇਸ਼ਵਰ ਦੇ ਮੰਦਿਰ ਵਿੱਚ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ ਹੈ। 53 ਪਦੇ ਨੇ, 53 ਸਟੈਂਜ਼ਾਜ਼, ਪੌੜੀਆਂ। ਹਜੂਰ ਨੇ ਨਿਰੰਕਾਰ ਦੀ ਗੱਲ ਹਰ ਜਗ੍ਹਾ ਜਾ ਕਰ ਕਰੀ ਹੈ। ਉਹ ਸ਼ਾਰਟਫਾਲਸ ਪੁਆਇੰਟ ਆਊਟ ਕੀਤੇ ਨੇ, ਉਹ ਦਰਸ਼ਨ ਦੇ ਵਿੱਚ ਘਾਟ ਦੱਸੀ ਹੈ ਜਿਹਦੇ ਨਾਲ ਚੂਕ ਕਰਦਾ ਹੈ ਇਨਸਾਨ। ਦਰਅਸਲ ਧਰਮ ਨੂੰ ਦੋ ਤਰ੍ਹਾਂ ਹੀ ਦੇਖਿਆ ਜਾ ਸਕਦਾ ਹੈ। ਅਗਰ ਧਰਮ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ ਵਸਤੂ ਹੈ ਤਾਂ ਫਿਰ ਧਰਮ ਦਾ ਇੱਕ ਰੋਲ ਹੈ ਜੀਵਨ ਵਿੱਚ, ਜੋ ਬਹੁਤ ਐਸੈਂਸ਼ੀਅਲ ਹੈ, ਜ਼ਰੂਰੀ ਹੈ, ਜੋ ਆਧਾਰ ਹੈ, ਫਾਊਂਡੇਸ਼ਨ ਹੈ ਜੀਵਨ ਦਾ ਮਹਾਰਾਜ। ਪਰ ਅਸੀਂ ਧਰਮ ਨੂੰ ਇਸ ਤਰ੍ਹਾਂ ਨਹੀਂ ਦੇਖਦੇ ਹਾਂ। ਅਸੀਂ ਧਰਮ ਨੂੰ ਇੱਕ ਵਰਤਨ ਦੀ ਵਸਤੂ ਦੇਖਦੇ ਹਾਂ। what can be used for personal gain। ਔਰ ਕਿਉਂਕਿ ਸਾਡੇ ਸਾਰਿਆਂ ਦਾ ਐਟੀਟਿਊਡ ਧਰਮ ਬਾਰੇ ਇਸ ਤਰ੍ਹਾਂ ਹੈ, ਇਸ ਕਰਕੇ ਸਾਰਾ ਪੁਜਾਰੀ, ਸਾਰਾ ਪੰਡਿਤ, ਸਾਡਾ ਗ੍ਰੰਥੀ ਸਿੰਘ ਵੀ ਇਸ ਤਰ੍ਹਾਂ ਹੀ ਦੇਖਦਾ ਹੈ, ਜਿਵੇਂ ਕਿ ਉਹ ਕੋਈ ਸਾਨੂੰ ਸਰਵਿਸ ਦੇ ਰਿਹਾ ਹੋਏ। ਅਰਦਾਸ ਕਰਦੇ ਹਾਂ, ਭੇਟਾ ਦਿੰਦੇ ਹਾਂ, ਉਤਨੀ ਹੀ ਲੰਬੀ ਅਰਦਾਸ ਹੋ ਜਾਂਦੀ ਹੈ। ਕੀਰਤਨ ਕਰਦੇ ਹਾਂ, ਕੀਰਤਨ ਦੇ ਵਿੱਚ ਭੇਟਾ ਮਿਲਦੀ ਹੈ, ਇਸ ਕਰਕੇ ਕੀਰਤਨ ਵੀ ਲੰਬਾ ਹੋ ਜਾਂਦਾ ਹੈ। ਧਰਮ ਵਰਤ ਰਹੇ ਹਾਂ ਅਸੀਂ, ਪਰ ਅਗਿਆਨ ਸਾਡਾ ਹੈ, ਧਰਮ ਸਾਨੂੰ ਵਰਤ ਰਿਹਾ ਹੈ। ਅਸੀਂ ਵਰਤੇ ਜਾ ਰਹੇ ਹਾਂ। ਇਸ ਪ੍ਰੋਸੈਸ ਵਿੱਚ ਘਾਟ ਸਾਡੀ ਹੈ, ਨੁਕਸਾਨ ਸਾਡਾ ਹੈ। ਅਸੀਂ ਕੀ ਜਾਣਦੇ ਹਾਂ ਜੀਵਨ ਬਾਰੇ? ਇਹ ਸੋਚਦੇ ਹਾਂ ਕਿ ਅਸੀਂ ਜਿੱਤ ਕੇ ਜਾਵਾਂਗੇ। ਮਹਾਰਾਜ ਕਹਿੰਦੇ ਨੇ ਇੱਕ ਜੂਆ ਹੈ, ਬਿਨਾਂ ਨਾਮ ਦੇ ਅਗਰ ਜੀਵਨ ਵਿੱਚ ਉਤਰਾਂਗੇ ਤਾਂ ਜੂਆ ਹੀ ਦਿਖੇਗਾ ਜੀਵਨ। ਹਜੂਰ ਨੇ ਜਦੋਂ ਵੀ ਕਿਸੇ ਵੀ ਧਰਮ ਸਥਾਨ ਤੇ ਪੈਰ ਰੱਖੇ ਹਨ, ਉੱਥੇ ਉਹਨਾਂ ਨੇ ਇਹੀ ਦਰਸ਼ਨ ਪਾਏ ਹਨ ਕਿ ਧਰਮ ਨੂੰ ਵਰਤ ਰਹੇ ਹਨ ਲੋਕ। ਪੁਜਾਰੀ ਵੀ ਵਰਤ ਰਿਹਾ ਹੈ ਔਰ ਉੱਥੇ ਆਉਣ ਵਾਲਾ ਵੀ ਵਰਤਿਆ ਜਾ ਰਿਹਾ ਹੈ। ਉਸ ਨੂੰ ਯੂਜ਼ ਕਰਕੇ ਪੁਜਾਰੀ ਆਪਣੀ ਜੇਬ ਭਰਦਾ ਹੈ ਔਰ ਦੋਨੋਂ ਹੀ ਹਨੇਰੇ 'ਚ ਹਨ। ਦੋਨਾਂ ਨੂੰ ਹੀ ਧਰਮ ਦੇ ਦਰਸ਼ਨ ਨਹੀਂ ਹਨ। ਇਹ ਗੱਲ ਅਗਰ ਹਿੰਦੂ ਮਤ ਬਾਰੇ ਜਾਂ ਇਸਲਾਮ ਮਤ ਬਾਰੇ ਕਹੀ ਜਾ ਸਕਦੀ ਸੀ ਪਹਿਲਾਂ, ਤਾਂ ਇਹ ਪੂਰੀ ਕਹੀ ਜਾ ਸਕਦੀ ਹੈ ਸਾਡੇ ਬਾਰੇ ਵੀ ਅੱਜ। ਅਸੀਂ ਵੀ ਐਸੇ ਚੀਜ਼ ਦੇ ਅੱਜ ਸ਼ਿਕਾਰ ਹਾਂ। ਮੈਨੂੰ ਛੱਡੇ ਬਿਨਾਂ ਜੀਵਨ ਪ੍ਰਾਪਤ ਨਹੀਂ ਹੋਏਗਾ ਮਹਾਰਾਜ, ਔਰ ਮੈਂ ਇੱਕ ਤਿਆਗ ਦੀ ਵਸਤੂ ਹੈ ਜਿਸ ਨੂੰ ਮੈਂ ਤਿਆਗਣਾ ਨਹੀਂ ਚਾਹੁੰਦਾ ਕਦੇ ਵੀ। ਔਰ ਇਸ ਕਾਰਨ ਮੈਂ ਧੋਖਾ ਖਾਂਦਾ ਹਾਂ, ਹਾਰ ਕੇ ਜਾਂਦਾ ਹਾਂ ਔਰ ਧਰਮ ਨੂੰ ਕਦੇ ਵੀ ਨਹੀਂ ਜਾਣ ਪਾਵਾਂਗਾ। ਬ੍ਰਹਮ ਗਿਆਨ ਅਗਰ ਕੁਝ ਇੰਪੋਰਟੈਂਸ ਰੱਖਦਾ ਹੈ ਤਾਂ ਕੀ ਇੰਪੋਰਟੈਂਸ ਰੱਖਦਾ ਹੈ? ਕੀ ਲੋੜ ਹੈ ਅੱਜ ਬ੍ਰਹਮ ਗਿਆਨ ਵੱਲ ਧਿਆਨ ਕਰਨ ਦੀ?
ਕੁਝ ਬੇਸਿਕ ਚੀਜ਼ਾਂ ਸਮਝਣੀ ਜ਼ਰੂਰੀ ਹਨ। ਅਧਿਆਤਮ ਉਸ ਸੁੱਖ ਨੂੰ ਵੈਲਿਊ ਨਹੀਂ ਦਿੰਦਾ ਜਿਹੜਾ ਸੁੱਖ ਸਦਾ ਲਈ ਨਹੀਂ ਹੈ। ਜਿਸ ਸੁੱਖ ਦਾ ਕਾਰਨ ਹੈ ਉਸ ਸੁੱਖ ਨੂੰ ਗੁਰੂ ਅਹਿਮੀਅਤ ਨਹੀਂ ਦਿੰਦਾ ਜ਼ਿਆਦਾ। ਗੁਰੂ ਸਮਝਾਉਂਦਾ ਹੈ ਕਿ ਉਹ ਸੁੱਖ ਦੁੱਖ ਦੇ ਨਾਲ ਆਏਗਾ, ਇਸ ਕਰਕੇ ਉਸ ਸੁੱਖ ਦੀ ਕੋਈ ਵੈਲਿਊ ਨਹੀਂ ਹੈ। सुख को मांगे सबको, दुख न मांगे कोई। सूखे को दुख अगला, मनमुख बूझ ना होए। सुख दे नाल अगे दुख आएगा, मान दे नाल अपमान आएगा, और इस सब विच असी भ्रमण करांगे, और भ्रमण विच साडी गति नहीं है। ਜਿਹੜਾ ਸੁੱਖ ਮੇਰੇ ਤੋਂ ਲਿਜਾਇਆ ਜਾ ਸਕਦਾ ਹੈ, ਕੋਈ ਲੈ ਸਕਦਾ ਹੈ, ਰੋਕ ਸਕਦਾ ਹੈ, ਜਿਸ ਦੇ ਵਿੱਚ ਵਿਘਨ ਪੈ ਸਕਦੇ ਹਨ, ਅਧਿਆਤਮ ਉਸ ਸੁੱਖ ਨੂੰ ਸੁੱਖ ਨਹੀਂ ਗਿਣਦਾ ਹੈ। ਔਰ ਦੁਨਿਆਵੀ ਸਾਰੇ ਸੁੱਖ ਇਹਨਾਂ ਦੋਨਾਂ ਕੈਟੇਗਰੀਜ਼ ਵਿੱਚ ਆਉਣਗੇ। ਸੁੱਖ ਦਾ ਕਾਰਨ ਹੈ, ਸਦਾ ਲਈ ਨਹੀਂ ਹੈ। ਦੁਨਿਆਵੀ ਸੁੱਖ ਵਿਘਨ ਪੈ ਸਕਦਾ ਹੈ। ਦੁਨਿਆਵੀ ਸੁੱਖ ਦੇ ਵਿੱਚ ਕਈ ਕਾਰਨ ਹਨ ਮਹਾਰਾਜ। ਇਸ ਕਰਕੇ ਇਸ ਸੁੱਖ ਦੀ ਭਾਲ ਵਿੱਚ ਜਦੋਂ ਮੈਂ ਜਾਂਦਾ ਹਾਂ, ਔਰ ਸਦਾ ਹੀ ਹਉਮੈ ਸੁੱਖ ਦੀ ਭਾਲ ਵਿੱਚ ਨਿਕਲੇਗੀ ਮਹਾਰਾਜ, ਤਾਂ ਮੈਂ ਡਰ ਕੇ ਰਵਾਂਗਾ ਹਮੇਸ਼ਾ। ਤਾਂ ਡਰ ਇੱਥੋਂ ਸੁਸਾਇਟੀ ਦੇ ਵਿੱਚ ਡਰ ਦਾ ਵਾਸਾ ਹੁੰਦਾ ਹੈ ਮਹਾਰਾਜ। ਇਹ ਐਟੀਟਿਊਡ ਮੈਨੂੰ ਟਰੈਪ ਕਰੇਗਾ, ਫਸਾਏਗਾ, ਬੰਨੇਗਾ, ਰੋਕੇਗਾ। ਅਧਿਆਤਮ ਗੁਰੂ ਇਸ ਨੂੰ ਮੁੱਲ ਨਹੀਂ ਪਾਉਂਦਾ ਜ਼ਿਆਦਾ। ਤਾਂ ਮਹਾਰਾਜ ਕਹਿੰਦੇ ਨੇ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਜਿੱਥੇ ਤੂੰ ਸੁੱਖ ਲੱਭਦਾ ਹੈ ਉੱਥੇ ਸੁੱਖ ਨਹੀਂ ਲੱਭਣਾ ਮਹਾਰਾਜ। ਜਿਸ ਜੀਵਨ ਵਿੱਚ ਮੂਵਮੈਂਟ ਹੈ, ਭ੍ਰਮਣ ਜ਼ਿਆਦਾ ਹੈ, ਡਿਸਟਰੈਕਸ਼ਨ ਜ਼ਿਆਦਾ ਹੈ, ਵੇਵਰਿੰਗ ਮਾਈਂਡ ਹੈ, ਉਹ ਨਰਕ ਦਾ ਰਸਤਾ ਹੈ ਮਹਾਰਾਜ, ਦੁੱਖ ਦਾ ਰਸਤਾ ਹੈ। ਇਨਸਟੇਬਿਲਿਟੀ, ਇਨਸਿਕਿਉਰਿਟੀ ਉਹਦਾ ਪਾਸ ਟਾਈਮ ਹੈ। ਔਰ ਜਿਤਨਾ ਸਾਡੇ ਜੀਵਨ ਵਿੱਚ ਫੈਲਾਓ ਹੋਏਗਾ, ਉਤਨਾ ਜ਼ਿਆਦਾ ਅਸੀਂ ਇਨਸਿਕਿਉਰ ਹੋਵਾਂਗੇ। ਇਸ ਕਰਕੇ ਇਸ ਜੀਵਨ ਨੂੰ ਗੁਰੂ ਨੇ ਆਧਾਰ ਨਹੀਂ ਬਣਾਇਆ, ਫਾਊਂਡੇਸ਼ਨ ਨਹੀਂ ਬਣਾਇਆ, ਇਹਨੂੰ ਜੀਣ ਦਾ ਜ਼ਰੀਆ ਬਣਾਇਆ ਹੈ, ਜਿਹਦੇ ਵਿੱਚ ਮੂਵਮੈਂਟ ਹੈ, ਸੁੱਖ ਔਰ ਦੁੱਖ ਦੇ ਚੇਂਜਿੰਗ ਪੈਰਾਡਾਈਮ ਹੈ। ਕਦੇ ਸੁੱਖ ਹੈ, ਕਦੇ ਦੁੱਖ ਹੈ, ਮਾਨ ਔਰ ਅਪਮਾਨ ਨਾਲ ਨਾਲ ਚੱਲਦਾ ਹੈ। ਗੁਰੂ ਨੇ ਇਸ ਜੀਵਨ ਨੂੰ ਆਧਾਰ ਨਹੀਂ ਬਣਾਇਆ ਹੈ। ਔਰ ਅਗਰ ਸਾਨੂੰ ਇਸ ਤੋਂ ਪਾਰ ਦਾ ਜੀਵਨ ਚਾਹੀਦਾ ਹੈ, ਜਿੱਥੇ ਸਦਾ ਸੁੱਖ ਹੈ, ਜਿੱਥੇ ਸਦਾ ਹੈ, ਸਦਾ ਦਾ ਮਤਲਬ ਅਸੀਂ ਮ੍ਰਿਤਿੂ ਤੋਂ ਪਾਰ ਜਾਂਦੇ ਹਾਂ ਮਹਾਰਾਜ। ਫਿਰ ਮੌਤ ਫਤਿਹ ਹੁੰਦੀ ਹੈ। ਫਤਿਹ ਦਾ ਮਤਲਬ ਕੀ ਹੈ? ਮੌਤ ਸਾਡੇ ਤੋਂ ਕੁਝ ਲੈ ਨਹੀਂ ਪਾਉਂਦੀ। ਜੀਵਨ ਵਿੱਚ ਜੋ ਕੁਝ ਅਸੀਂ ਕਮਾਉਂਦੇ ਹਾਂ, ਸਾਡੇ ਤੋਂ ਮ੍ਰਿਤਿੂ ਲੈ ਲਏਗੀ। ਔਰ ਜੋ ਚੀਜ਼ ਸਾਡੇ ਤੋਂ ਲਈ ਜਾ ਸਕਦੀ ਹੈ, ਉਹ ਅਧਿਆਤਮ ਵਿੱਚ ਵੈਲਿਊ ਨਹੀਂ ਰੱਖਦੀ ਹੈ। ਜਦੋਂ ਅਸੀਂ ਇਹੋ ਜਿਹੇ ਜੀਵਨ ਵਿੱਚ ਪੈਰ ਰੱਖ ਲੈਂਦੇ ਹਾਂ, ਜਿੱਥੇ ਮ੍ਰਿਤਿੂ ਜੋ ਕੁਝ ਸਾਡੇ ਤੋਂ ਲਿਜਾਏਗੀ, ਉਸ ਤੋਂ ਬਾਅਦ ਸਾਡੇ ਕੋਲ ਇੱਕ ਐਸੀ ਵਸਤੂ ਰਹਿ ਜਾਂਦੀ ਹੈ, ਜਿਹਦੇ ਨਾਲ ਸਾਡਾ ਖੇੜਾ, ਆਨੰਦ, ਸੁੱਖ, ਅੰਤਰਾਤਮਾ ਦਾ ਸੁੱਖ, ਸਦਾ ਵਿਗਾਸ ਕਿਧਰੇ ਨਹੀਂ ਜਾਂਦਾ ਹੈ। ਇਸ ਕਰਕੇ ਕਾਰਨ ਚਲੇ ਗਏ ਹਨ ਸੁੱਖ ਦੇ, ਪਰ ਸੁੱਖ ਨਹੀਂ ਗਿਆ ਕਿਧਰੇ। ਅਸੀਂ ਸੁੱਖਾਂ ਦੇ ਕਾਰਨ ਨੂੰ ਜੀਵਨ ਦੇ ਪਦਾਰਥ ਗਿਣਿਆ ਹੈ, ਰਿਲੇਸ਼ਨਸ਼ਿਪਸ ਗਿਣਿਆ ਹੈ, ਅਹੁਦੇ ਗਿਣਿਆ ਹੈ ਮਹਾਰਾਜ, ਪਰ ਗੁਰੂ ਨੇ ਨਹੀਂ ਗਿਣਿਆ ਹੈ। ਗੁਰੂ ਕਹਿੰਦਾ ਇਹਨੂੰ ਜੀ ਲੈਣਾ ਹੈ, ਇਹਨੂੰ ਭੋਗ ਲੈਣਾ ਹੈ, ਪਰ ਜਾਣ ਕੇ ਭੋਗਣਾ ਹੈ ਕਿ ਇੱਥੇ ਕਦੇ ਵੀ ਕੁਝ ਵੀ ਹੋ ਸਕਦਾ ਹੈ। चिंता ताकी कीजिए जो अनहोनी होए, यह मार्ग संसार में नानक थिर नहीं कोए। इस तरह जीना है कि ਇਹਦਾ ਸਭ ਕੁਝ ਚਲਾ ਵੀ ਗਿਆ ਤਾਂ ਕੁਝ ਵੀ ਨਹੀਂ ਗਿਆ। ਇਹ ਕਿਹੋ ਜਿਹਾ ਜੀਵਨ ਹੈ? ਹੁਣ ਇੱਥੇ
ਜਦੋਂ ਇਸ ਨੂੰ ਵਿਚਾਰਦੇ ਹਾਂ, ਜਦੋਂ ਇਸ ਨੂੰ ਸੋਚ ਵਿੱਚ ਲਿਆਉਂਦੇ ਹਾਂ, ਫਿਰ ਸਾਡੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਇਹ ਜੀਵਨ ਕਿੱਥੋਂ ਮਿਲੇਗਾ। ਫਿਰ ਅਧਿਆਤਮ ਦੀ ਲੋੜ ਪੈਂਦੀ ਹੈ, ਫਿਰ ਧਰਮ ਦੀ ਵਿਚਾਰ ਚੱਲਦੀ ਹੈ, ਫਿਰ ਇਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਪ੍ਰਗਟਾਵਾ ਮਨ ਵਿੱਚ ਹੁੰਦਾ ਹੈ ਮਹਾਰਾਜ। ਤਾਂ ਗੁਰੂ ਕਹਿੰਦਾ ਸ਼ਬਦ ਵਿੱਚ ਖੋਜ। ਸ਼ਬਦ ਵਿੱਚ ਕੀ ਖੋਜਣਾ ਹੈ ਮਹਾਰਾਜ? ਇਹੀ ਖੋਜਣਾ ਹੈ ਕਿ ਇਹ ਸੁੱਖ ਕਿੱਥੇ ਰਹਿੰਦਾ ਹੈ, ਜਿਸ ਸੁੱਖ ਨੂੰ ਮੈਂ ਲੱਭਦਾ ਹਾਂ। ਫਿਰ ਗੁਰੂ ਸਮਝਾਉਂਦਾ ਹੈ ਕਿ ਅਸੀਂ ਇਸ ਸੁੱਖ ਨੂੰ ਲੈਣ ਆਏ ਹਾਂ, ਜਿਹਦੇ ਨਾਲ ਅਸੀਂ ਪੂਰਨ ਹੁੰਦੇ ਹਾਂ, ਕੰਪਲੀਟ ਹੁੰਦੇ ਹਾਂ ਮਹਾਰਾਜ। ਹੁਣ ਇਨਕੰਪਲੀਟਨੈਸ ਹੈ, ਕਿਉਂਕਿ ਸਾਡੇ ਕੋਲ ਜੋ ਕੁਝ ਹੈ ਉਹ ਸਾਡਾ ਹਿੱਸਾ ਨਹੀਂ ਹੈ। ਮਤਲਬ ਸਾਡੇ ਤੋਂ ਲਿਆ ਜਾ ਸਕਦਾ ਹੈ। ਜਿਹੜੀ ਚੀਜ਼ ਮੇਰੇ ਤੋਂ ਲਈ ਜਾ ਸਕਦੀ ਹੈ ਉਹ ਮੇਰਾ ਹਿੱਸਾ ਨਹੀਂ ਹੈ, ਉਹ ਸਦਾ ਲਈ ਮੇਰੀ ਨਹੀਂ ਹੈ। ਪਰ ਗੁਰੂ ਕਹਿੰਦਾ ਹੈ ਕਿ ਜੀਵਨ ਵਿੱਚ ਇੱਕ ਇਹੋ ਜਿਹੀ ਵਸਤੂ ਸਾਡੇ ਨਾਲ ਚੱਲਦੀ ਹੈ, ਜਿਹੜੀ ਸਾਡੇ ਤੋਂ ਅਗਰ ਉਸ ਨੂੰ ਅਸੀਂ ਜਾਣ ਲਿਆ ਤਾਂ ਸਾਡੇ ਤੋਂ ਕੋਈ ਲੈ ਨਹੀਂ ਸਕਦਾ ਹੈ। ਫਿਰ ਸਿੱਖ ਔਰ ਗੁਰੂ ਦੇ ਮਿਲਣ ਦਾ ਕੋਈ ਗਿਫਟ ਸਾਡੇ ਕੋਲ ਹੈ ਤਾਂ ਇਹ ਵਸਤੂ ਹੈ। ਇਸ ਨੂੰ ਮਹਾਰਾਜ ਨੇ ਆਨੰਦ ਕਿਹਾ ਹੈ। ਆਨੰਦ ਇਹਦਾ ਇੱਕ ਪੈਰਾਡਾਈਮ ਹੈ, ਪਰ ਇਹਦੇ ਨਾਲ ਇੱਕ ਇਹੋ ਜਿਹਾ ਜੀਵਨ ਬਖਸ਼ਿਆ ਮਹਾਰਾਜ, ਜਿਸ ਜੀਵਨ ਵਿੱਚ ਮੈਨੂੰ ਦੇਹ ਦੀ ਲੋੜ ਨਹੀਂ ਹੈ, ਜਿੱਥੇ ਮੈਂ ਹੋਵਾਂਗਾ ਔਰ ਮੈਂ ਸਦਾ ਲਈ ਸਮਾ ਜਾਵਾਂਗਾ ਉਸ ਨਿਰੰਕਾਰ ਦੇ ਵਿੱਚ ਜੋ ਇਸ ਸ੍ਰਿਸ਼ਟੀ ਦਾ ਮਾਲਕ ਹੈ। ਮਹਾਰਾਜ ਇੱਕ ਦਰਸ਼ਨ ਹਨ ਜਿਹੜੇ ਇਸ ਜੀਵਨ ਦਾ ਨਿਚੋੜ ਰੱਖਦੇ ਹਨ, ਔਰ ਜੀਵਨ ਵਿੱਚ ਜੀਂਦੇ ਹੋਏ ਅਸੀਂ ਇਹ ਕਮਾਈ ਕਰਨੀ ਹੈ। ਇਹ ਵਿਧੀ ਗੁਰੂ ਨਾਨਕ ਨੇ ਦੱਸੀ ਹੈ ਸਾਨੂੰ। ਕਈ ਵਿਚਾਰ ਦੱਸੇ ਹਨ, ਕਈ ਵਾਰੀ ਸਮਝਾਇਆ ਹੈ। ਅੱਜ ਦੀ ਇਹ ਪੌੜੀ ਸਾਨੂੰ ਇਸ ਬ੍ਰਹਮ ਗਿਆਨ ਬਾਰੇ ਦੱਸਦੀ ਹੈ ਕਿ ਇਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ ਕੀ ਲੋੜ ਹੈ। ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਵਾਂਗੇ ਤੇ ਕੀ ਮਿਲੇਗਾ ਸਾਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਮੰਦਿਰ ਵਿੱਚ ਪੰਡਿਤ ਨਾਲ, ਪੁਜਾਰੀ ਨਾਲ, ਹੋਰ ਸਿਆਣਿਆਂ ਨਾਲ ਵੀ ਗੱਲ ਕਰਦੇ ਹੋਣਗੇ। ਇਹ ਜੋਤਿਰਲਿੰਗ ਹੈ। ਖੰਡਵਾ ਡਿਸਟ੍ਰਿਕਟ ਵਿੱਚ ਮੰਦਾਤਾ ਸ਼ਹਿਰ ਦੇ ਅੰਦਰ ਇਹ ਮੰਦਿਰ ਵਸਦਾ ਹੈ। ਪਰ ਗੱਲ ਵਿਚਾਰਨ ਦੀ ਇਹ ਹੈ ਕਿ ਗੁਰੂ ਇਸ ਵਸਤੂ ਨੂੰ ਲੈ ਕੇ ਜਗ੍ਹਾ ਜਗ੍ਹਾ ਕਿਉਂ ਜਾਂਦਾ ਹੈ, ਕਿਉਂ ਇਹ ਗੱਲ ਕਰਦਾ ਹੈ, ਬਾਰ-ਬਾਰ ਸਮਝਾਉਂਦਾ ਹੈ ਸਾਨੂੰ, ਦੁਨੀਆ ਨੂੰ ਸਮਝਾਉਂਦਾ ਹੈ ਜੀਵਨ ਬਾਰੇ ਕੀ ਲੋੜ ਪਈ ਹੈ। ਸਿੱਧ ਗੋਸ਼ ਦੇ ਵਿੱਚ ਮਹਾਰਾਜ ਨੇ ਇਹ ਸਮਝਾਇਆ ਹੈ ਸਾਨੂੰ ਕਿ ਮੈਂ ਗੁਰਮੁਖ ਨੂੰ ਖੋਜ ਰਿਹਾ ਹਾਂ, ਇਸ ਲਈ ਮੈਂ ਨਿਕਲਿਆ ਹਾਂ, ਆਪਣੇ ਘਰੋਂ ਨਿਕਲਿਆ ਹਾਂ, ਘਰ ਨੂੰ ਤਿਆਗ ਕੇ ਨਿਕਲਿਆ ਹਾਂ, ਔਰ ਬੜੀ ਤਿਆਰੀ ਨਾਲ ਨਿਕਲੇ ਹਨ। ਭਾਈ ਮਰਦਾਨਾ ਨੂੰ ਨਾਲ ਲੈ ਕੇ ਨਿਕਲੇ ਹਨ। ਸ਼ਬਦ ਦੀ ਸੰਗਤ ਵਿੱਚ ਇਸ ਤਰ੍ਹਾਂ ਸਮਝ ਲਈਏ ਕਿ ਗੁਰੂ ਸਾਹਿਬ ਕੋਲ ਇੱਕ ਜਹਾਜ਼ ਹੈ, ਉਹ ਜਹਾਜ਼ ਸ਼ਬਦ ਹੈ, ਔਰ ਉਸ ਸ਼ਬਦ ਦੇ ਵਿੱਚ ਜਰਨੀ ਕਰਨ ਵਾਸਤੇ ਜਿਹੜੀ ਫਿਊਲ ਲੋੜ ਹੈ, ਜਿਹੜੀ ਅੱਗ ਲੋੜ ਹੈ, ਜਿਹੜੀ ਈਂਧਨ ਦੀ ਲੋੜ ਹੈ, ਐਨਰਜੀ ਦੀ ਲੋੜ ਹੈ, ਉਹ ਰਬਾਬ ਤੋਂ ਨਿਕਲ ਰਹੀ ਹੈ ਮਹਾਰਾਜ। ਔਰ ਇਹਦੇ ਵਿੱਚ ਗੁਰੂ ਨਾਨਕ ਨੇ ਨਿਰੰਕਾਰ ਦੇ ਦਰਸ਼ਨ ਪ੍ਰਤੱਖ ਪਾਏ ਹਨ। ਇਵੇਂ ਜਿਵੇਂ ਨਹਾ ਲਿਆ ਹੁੰਦਾ ਹੈ ਕੋਈ, ਭਿੱਜ ਗਿਆ ਹੁੰਦਾ ਹੈ ਕੋਈ ਕਿਸੇ ਵਸਤੂ ਦੇ ਵਿੱਚ, ਉਹਦਾ ਰੰਗ ਬਣ ਗਿਆ, ਉਹਦਾ ਰੂਪ ਬਣ ਗਿਆ। ਇਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਵਿਚਰਦੇ ਹਨ, ਔਰ ਕੋਈ ਫੇਰ ਨਹੀਂ ਹੈ, ਡਰ ਨਹੀਂ ਹੈ, ਕਿਉਂਕਿ ਇੱਥੇ ਕੋਈ ਸੈਲਫਿਸ਼ ਐਲੀਮੈਂਟ ਨਹੀਂ ਹੈ। ਇਉਂ ਜਾਪਦਾ ਹੈ ਜਿਵੇਂ ਨਿਰੰਕਾਰ ਆਪ ਪ੍ਰਗਟ ਹੋ ਕੇ ਹਨੇਰੇ ਨੂੰ ਹਟਾਉਣ ਲਈ ਨਿਕਲਿਆ ਹੈ। ਕਿਸ ਕਾਰਨ ਗ੍ਰਹਿ ਤਜਿ ਉਦਾਸੀ, ਕਿਸ ਕਾਰਨ ਹੈ ਭੇਖ ਨਿਵਾਸੀ,
किस वक्खर को के तुम बनजारे, क्यों कर साथ लंघावो पारे। ਮਹਾਰਾਜ ਨੂੰ ਇਹ ਪ੍ਰਸ਼ਨ ਪੁੱਛਿਆ ਹੈ ਸਿੱਧਾ ਨੇ ਕਿ ਤੁਸੀਂ ਕਿਸ ਵਸਤੂ ਨੂੰ ਲੱਭਣ ਨਿਕਲੇ ਹੋ, ਕਿਸ ਵਸਤੂ ਦੇ ਵਣਜਾਰੇ ਹੋ, ਕਿਸ ਕਾਰਨ ਤੁਸੀਂ ਆਪਣਾ ਗ੍ਰਹਿ ਤਜ ਕੇ ਉਦਾਸੀ ਵਿੱਚ ਨਿਕਲੇ ਹੋ, ਕਿਸ ਕਾਰਨ ਇਹ ਭੇਖ ਜਾਣਿਆ ਹੈ ਤੁਸੀਂ, ਕਿਉਂ ਕਰ ਸਾਥ ਲੰਘਾਵੋ ਪਾਰੇ। ਮਹਾਰਾਜ ਨੇ ਇਹਦਾ ਫਿਰ ਉਹਨੂੰ ਉੱਤਰ ਦਿੱਤਾ ਹੈ, ਸਮਝਾਇਆ ਹੈ ਉਹਨਾਂ ਨੂੰ ਕਿ ਮੈਂ ਗੁਰਮੁਖ ਖੋਜਤ ਪਏ ਉਦਾਸੀ, ਸਾਚ ਵੱਖਰ ਕੇ ਹਮ ਬਣ ਜਾ ਰਹੇ। ਮਹਾਰਾਜ ਨੇ ਇਹ ਸਮਝਾਇਆ ਹੈ ਕਿ ਸਤਿਗੁਰ ਨੂੰ ਮਿਲ ਕੇ ਮੈਂ ਜਨਮ ਨੂੰ ਬਦਲ ਦਿੱਤਾ ਹੈ, ਨਵਾਂ ਜਨਮ ਪ੍ਰਾਪਤ ਕਰ ਲਿਆ ਹੈ। ਨਿਰੰਕਾਰ ਨੂੰ ਧਿਆਨ ਵਿੱਚ ਰੱਖ ਕੇ ਅਗਰ ਕੋਈ ਜਨ ਚੱਲਦਾ ਹੈ, ਨਿਰੰਕਾਰ ਦੇ ਪ੍ਰਤੱਖ ਦਰਸ਼ਨਾਂ ਵਿੱਚ ਚੱਲਦਾ ਹੈ, ਤਾਂ ਉਹ ਪ੍ਰਤੱਖ ਸਤਿਗੁਰੂ ਆਪ ਨਿਰੰਕਾਰ ਹੈ। ਨਹੀਂ ਤਾਂ ਅਸੀਂ ਸਾਰੇ ਜੂਆ ਖੇਡਦੇ ਹਾਂ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ। ਇਹੀ ਜੂਆ ਦੀਵਾਲੀ ਵਾਲੇ ਦਿਨ ਸਭ ਲੋਕ ਖੇਡਦੇ ਹਨ। ਮੈਨੂੰ ਤਾਂ ਇਹਦੇ ਵਿੱਚ ਇੱਕ ਇਹੋ ਜਿਹਾ ਡਾਇਕੋਟਮੀ ਦਿਖਦੀ ਹੈ ਕਿ ਇਸ ਜੀਵਨ ਨੂੰ ਅਸੀਂ ਜੂਆ ਵਿੱਚ ਹੀ ਰੁਲਾ ਦਿੱਤਾ ਹੈ, ਜੂਏ ਵਿੱਚ ਹੀ ਰੁਲਾ ਦਿੱਤਾ ਹੈ। ਇਹ ਨਿਸ਼ਾਨੀਆਂ ਹਨ। ਜੀਵਨ ਜੂਆ ਬਣ ਗਿਆ ਮਹਾਰਾਜ, ਔਰ ਫਿਰ ਭ੍ਰਮਣ ਬਣ ਗਿਆ। ਸਾਰਾ ਜਨਮ ਅਸੀਂ ਭ੍ਰਮਣ ਹੀ ਕਰਦੇ ਰਹਿੰਦੇ ਹਾਂ, ਮੂਵਮੈਂਟ ਵਿੱਚ ਚੱਲਦੇ ਰਹਿੰਦੇ ਹਾਂ, ਥਿਰਤਾ ਨਹੀਂ ਆਉਂਦੀ ਹੈ। ਗੁਰੂ ਸਾਹਿਬ ਨੇ ਸਿੱਧਾ ਨੂੰ ਸਮਝਾਇਆ, ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਮੈਂ ਉਹਦੇ ਦਰਸ਼ਨ ਕਰਨ ਨਿਕਲਿਆ ਹਾਂ ਜੋ ਲੱਭਦਾ ਹੈ ਨਿਰੰਕਾਰ ਨੂੰ। ਮੈਂ ਉਸ ਕਰਕੇ ਇਸ ਭੇਖ ਵਿੱਚ ਆਇਆ ਹਾਂ। ਔਰ ਇਹ ਜਗ੍ਹਾ ਜਗ੍ਹਾ ਮੰਦਰ ਮੰਦਰ ਜਾ ਕੇ, ਕਦੇ ਹਰਿਦੁਆਰ ਕਦੇ ਪੁਰੀ, ਇਹ ਜਿਹੜੀ ਨਿਰੰਕਾਰ ਦੀ ਗੱਲ ਬਾਰ-ਬਾਰ ਗੁਰੂ ਸਾਹਿਬ ਕਰਦੇ ਹਨ, ਇਸ ਕਾਰਨ ਹੈ। ਉਸ ਗੁਰਮੁਖ ਨੂੰ ਲੱਭਦੇ ਹਨ ਜਿਹੜਾ ਬ੍ਰਹਮ ਗਿਆਨ ਦਾ ਸੀਕਰ ਹੈ, ਜਿਹੜਾ ਸਿੱਖ ਹੈ। ਸਾਚ ਵੱਖਰ ਕੇ ਹਮ ਬਣ ਜਾ ਰਹੇ। ਸੱਚ ਦੀ ਵਸਤੂ ਨੂੰ ਮਹਾਰਾਜ ਟ੍ਰੇਡ ਕਰਦੇ ਹਨ। ਗੁਰੂ ਸਾਹਿਬ ਕਹਿੰਦੇ ਮੈਂ ਸੱਚ ਦਾ ਪੁਜਾਰੀ ਹਾਂ। ਨਾਨਕ ਗੁਰਮੁਖ ਉਤਰ ਸਪਾਰੇ। ਆਓ ਅਸੀਂ ਇਸ ਬਾਣੀ ਨੂੰ ਮਨ ਵਿੱਚ ਬਿਠਾਈਏ, ਮਹਾਰਾਜ ਪਦੇ ਨੂੰ ਪੜ੍ਹੀਏ, ਜੀਵਨ ਨੂੰ ਬਦਲਣ ਲਈ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ। ਇਹ ਪੁਕਾਰੀਏ ਮਨ ਤੋਂ ਕਿ ਹਜ਼ੂਰ ਉਹ ਸਮਾਂ ਬਖਸ਼ ਦਿਓ, ਉਹ ਧਿਆਨ ਬਖਸ਼ ਦਿਓ, ਉਹ ਗਿਆਨ ਬਖਸ਼ ਦਿਓ ਕਿ ਅਸੀਂ ਸ਼ਬਦ ਨੂੰ ਮਨ ਵਿੱਚ ਬਿਠਾ ਪਾਈਏ। ਆਓ ਪਤਾ ਪੜ੍ਹਦੇ ਹਾਂ ਮਹਾਰਾਜ, ਫਿਰ ਇਹਦੇ ਵਿਚਾਰ ਵਿੱਚ ਉਤਰਾਂਗੇ। ਧੰਨਵਾਦ। ਵਾਹਿਗੁਰੂ ਜੀ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ ਰਾਜਨ ਰਾਮ ਰਵੈ ਹਿਤਕਾਰ, ਰਣ ਮੈਂ ਲੂਜੈ ਮਨੁਆ ਮਾਰ। ਰਾਤ ਦਿਨੰਤ ਰਹਿ ਰੰਗ ਰਾਤਾ, ਤੀਨ ਭਵਨ जुग चारे जाता। जिन जाता सो तिस ही जेहा, अत निर्मायल सीजस देहा। रहसी राम हृदय इक पाए, अंतर शब्द साच लिव लाए। रहसी राम हृदय इक पाए, अंतर शब्द ਸਾਚ ਲਿਵ ਲਾਏ। ਵਾਹਿਗੁਰੂ ਜੀ। ਧੰਨਵਾਦ ਵੀਰ। ਇਹ ਸ਼ਬਦ ਵਰਡ ਵੀ ਬੜਾ ਨਿਰਾਲਾ ਹੈ। ਕਈ ਵਾਰ
ਇੱਕ ਸ਼ਬਦ ਦੇ ਦਰਸ਼ਨ ਅਸੀਂ ਕਰਦੇ ਹਾਂ, ਅਸੀਂ ਉਹਦੀ ਡੈਪਥ ਨਹੀਂ ਕੰਪਰੀਹੈਂਡ ਕਰਦੇ। ਜਦੋਂ ਵਰਡ ਗੁਰਬਾਣੀ ਆਉਂਦਾ ਹੈ ਜਾਂ ਸ਼ਬਦ ਆਉਂਦਾ ਹੈ, ਸਾਡੀ ਵਿਚਾਰ ਗੁਰੂ ਸ਼ਬਦ ਵੱਲ ਹੀ ਪੈਂਦੀ ਹੈ। ਪਰ ਸ਼ਬਦ ਨਿਰੰਕਾਰ ਦਾ ਰੂਪ ਹੈ, ਸਰਵ ਵਿਆਪਕ ਸ਼ਕਤੀ ਹੈ, ਔਰ ਲਾਜ਼ਮੀ ਹੈ ਕਿ ਇਹਦਾ ਜਿਹੜੇ ਸਾਨੂੰ ਦ੍ਰਿਸ਼ਮਾਨ ਦਰਸ਼ਨ ਹਨ, ਜੋ ਸਾਕਾਰ ਦਰਸ਼ਨ ਹਨ, ਉਹਦੇ ਪਿੱਛੇ ਕੁਝ ਨਿਰੰਕਾਰ ਸ਼ਬਦ ਵੀ ਹੈ। ਮਨ ਵਿੱਚ ਕਿਵੇਂ ਸ਼ਬਦ ਵਸੇਗਾ? ਨਿਰਾਕਾਰ ਦੀ ਰੂਪ ਵਿੱਚ ਵਸੇਗਾ ਮਹਾਰਾਜ। ਨਿਰੰਕਾਰ ਨੂੰ ਮਿਲਣ ਦੀ ਵਿਧੀ ਸ਼ਬਦ ਹੈ। ਮਹਾਰਾਜ ਕਹਿੰਦੇ ਬਿਨਾਂ ਸ਼ਬਦ ਦੇ ਮਿਲਣ ਨਹੀਂ ਹੋ ਪਾਏਗਾ। ਸ਼ਬਦ ਇਵੇਂ ਹੈ ਜਿਵੇਂ ਅਸੀਂ ਇੱਕ ਮੰਜ਼ਿਲ ਦੀ, ਇੱਕ ਬਿਲਡਿੰਗ ਦੀ ਇੱਕ ਮੰਜ਼ਿਲ ਤੇ ਬੈਠੇ ਹਾਂ ਔਰ ਉੱਪਰ ਜਾਣ ਲਈ ਸੀੜੀ ਨਹੀਂ ਹੈ, ਔਰ ਗੁਰੂ ਇਸ ਸ਼ਬਦ ਰੂਪੀ ਸੀੜੀ ਨੂੰ ਦੇ ਕੇ ਸਾਨੂੰ ਉੱਪਰਲੀ ਮੰਜ਼ਿਲ ਤੇ ਭੇਜ ਦਿੰਦਾ ਹੈ। ਸਾਡੇ ਜੀਵਨ ਵਿੱਚ ਕੋਈ ਸੀੜੀ ਨਹੀਂ ਹੈ। ਦੇਖਿਆ ਜਾਏ ਤੇ ਇਨਸਾਨ ਦਾ ਜੀਵਨ ਬਹੁਤ ਲਾਚਾਰੀ ਦਾ ਜੀਵਨ ਹੈ। ਉਹਦੇ ਕੋਲ ਭੋਗ ਦੇ ਇਲਾਵਾ, ਦੁੱਖ ਦੇ ਇਲਾਵਾ ਹੋਰ ਕੁਝ ਹੱਥ ਵਿੱਚ ਨਹੀਂ ਹੈ। ਕਨਫਿਊਜ਼ਨ ਹੈ, ਕੇਓਸ ਹੈ। ਹੋ ਸਕਦਾ ਹੈ ਕਈ ਸਾਲ ਇਸ ਭੁਲੇਖੇ 'ਚ ਅਸੀਂ ਜੀਏ, ਕਈ ਮਹੀਨੇ ਜੀਏ, ਕਈ ਜੀਵਨ ਜੀਏ। ਮਹਾਰਾਜ ਕਹਿੰਦੇ ਨੇ ਅਸੀਂ ਤਾਂ ਕਈ ਜੀਵਨ ਇਹਦੇ 'ਚ ਭੋਗ ਦਿੱਤੇ, ਕੁਝ ਲੱਭਿਆ ਨਹੀਂ ਹੈ, ਭਟਕ ਰਹੇ ਹਾਂ ਬਸ। ਜਿਸ ਜੀਵਨ ਦਾ ਜੋ ਇੱਕ ਪ੍ਰਸ਼ਨ ਹੈ, ਅਸੀਂ ਉਹਦਾ ਜਵਾਬ ਲੱਭਦੇ ਲੱਭਦੇ ਕਈ ਜਨਮ ਭਟਕ ਚੁੱਕੇ ਹਾਂ, ਔਰ ਜੀਵਨ ਦਾ ਜਵਾਬ ਮੇਰੇ ਨਾਲ ਹੈ। ਇਸ ਕਰਕੇ ਅਸੀਂ ਆਪਣੇ ਆਪ ਨੂੰ ਜਿੰਨਾ ਧੋਖਾ ਦੇ ਰਹੇ ਹਾਂ, ਸ਼ਾਇਦ ਹੀ ਕਿਸੇ ਹੋਰ ਨੂੰ ਦੇ ਸਕਦੇ ਹਾਂ। ਪੈਸੇ ਦੀ ਚੋਰੀ, ਧੋਖਾ, ਇਹ ਤੇ ਛੋਟੀ ਚੀਜ਼ਾਂ ਨੇ। ਅਸੀਂ ਤਾਂ ਆਪਣੇ ਮਨ ਨੂੰ ਆਪ ਧੋਖਾ ਦਿੰਦੇ ਹਾਂ ਰੋਜ਼। ਗੁਰੂ ਨੇ ਅੱਜ ਬ੍ਰਹਮ ਗਿਆਨ ਦੀ ਗੱਲ ਚਲਾਈ ਹੈ, ਔਰ ਬ੍ਰਹਮ ਦੀ ਗੱਲ, ਬ੍ਰਹਮ ਅਵਸਥਾ ਦੀ ਗੱਲ, ਉਹਦੇ ਇਨਗਰੀਡੀਐਂਟ ਸਮਝਾ ਰਿਹਾ ਹੈ ਮਹਾਰਾਜ। ਮਹਾਰਾਜ ਕਹਿੰਦੇ ਨੇ ਰਾਜਨ ਰਾਮ ਰਵੇ ਹਿਤਕਾਰ। ਉਸ ਨਿਰੰਕਾਰ ਦੀ ਗੱਲ ਹੈ। ਰਾਜਨ ਰਾਮ ਰਵੇ ਉਹਦੇ ਵਿੱਚ ਸਮਾਇਆ ਹੈ, ਹਿਤਕਾਰ ਪ੍ਰੇਮ ਨਾਲ। ਜੋ ਸਭ ਤੋਂ ਜ਼ਿਆਦਾ ਜ਼ਰੂਰੀ ਵਸਤੂ ਇਸ ਬ੍ਰਹਮ ਗਿਆਨ ਲਈ ਲੋੜ ਹੈ, ਉਹ ਪ੍ਰੇਮ ਹੈ। ਮੈਂ ਹੋਰ ਸਭ ਕੁਝ ਸਿੱਖ ਸਕਦਾ ਹਾਂ, ਪ੍ਰੇਮ ਨਹੀਂ ਸਿੱਖ ਸਕਦਾ ਮਹਾਰਾਜ। ਅਗਰ ਆਪ ਧਿਆਨ ਸਿੱਖਣਾ ਚਾਹੋ ਤਾਂ ਸਿੱਖ ਸਕਦੇ ਹੋ, ਸਿਖਾ ਦੇਗਾ ਕੋਈ। ਅਗਰ ਆਪ ਮੈਡੀਟੇਸ਼ਨ ਸਿੱਖਣਾ ਚਾਹੋ, ਸਿੱਖ ਸਕਦੇ ਹੋ। ਕੀਰਤਨ ਗਾਣਾ ਸਿੱਖਣਾ ਚਾਹੋ, ਸਿੱਖ ਸਕਦੇ ਹੋ। ਮੰਤਰ ਅਭਿਆਸ ਕਰਨਾ ਚਾਹੋ, ਉਹ ਵੀ ਸਿੱਖ ਸਕਦੇ ਹੋ। ਸਭ ਵਸਤੂਆਂ ਆਪ ਸਿੱਖ ਸਕਦੇ ਹੋ, ਪ੍ਰੇਮ ਨਹੀਂ ਸਿੱਖ ਸਕਦੇ। ਪ੍ਰੇਮ ਇੱਕ ਅੰਤਰ ਦੀ ਵਸਤੂ ਹੈ ਜਿਹੜੀ ਸਾਡੀ ਮਨ ਦੀ ਅਵਸਥਾ ਤੋਂ ਜਾਗਰਤ ਹੁੰਦੀ ਹੈ ਮਹਾਰਾਜ। ਔਰ ਅਸੀਂ ਪ੍ਰੇਮ ਉਸ ਨੂੰ ਕਰਦੇ ਹਾਂ ਜਿਸ ਨੂੰ ਬਹੁਤ ਇੰਟੈਂਸਲੀ ਪਾਲ ਰਹੇ ਹਾਂ, ਨਹੀਂ ਤਾਂ ਅਸੀਂ ਪ੍ਰੇਮ ਨਹੀਂ ਕਰ ਪਾਉਂਦੇ ਹਾਂ ਮਹਾਰਾਜ। ਜਦੋਂ ਆਨੰਦ ਦੀ ਔਰ ਅੰਮ੍ਰਿਤ ਦੀ ਗੱਲ ਗੁਰੂ ਚਲਾਉਂਦਾ ਹੈ ਤਾਂ ਪ੍ਰੇਮ ਉਹਦੇ 'ਚ ਇੱਕ ਭਾਂਡੇ ਦੀ ਤਰ੍ਹਾਂ ਹੈ। 38ਵੀਂ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਦਰਸ਼ਨ ਕਰਾਏ ਹਨ, ਉਹਨਾਂ ਨੇ ਇਸ ਨੂੰ ਭਾਂਡਾ ਹੀ ਬਣਾ ਦਿੱਤਾ ਹੈ। ਪਾਓ ਖਲਾ ਆਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਡਰ ਨੂੰ ਜਦੋਂ ਪ੍ਰੇਮ ਬਣਾ ਦਿੱਤਾ ਤੇ ਬਰਤਨ ਬਣ ਗਿਆ, ਉਹਦੇ ਵਿੱਚ ਅੰਮ੍ਰਿਤ ਦਾ ਵਾਸਾ ਹੁੰਦਾ ਹੈ ਮਹਾਰਾਜ। ਇਹ ਅੰਮ੍ਰਿਤ ਮੇਰੇ ਅੰਤਰ ਵਿੱਚ ਰੋਮ ਰੋਮ ਵਿੱਚ ਬਿਰਾਜਮਾਨ ਹੈ, ਸ਼ਬਦ ਦੇ ਨਾਲ ਹਾਜ਼ਰ ਹੁੰਦਾ ਹੈ ਹਜ਼ੂਰ। ਜਦੋਂ ਮਨ ਔਰ ਸ਼ਬਦ ਜੁੜਦਾ ਹੈ, ਪ੍ਰੇਮ ਉਜਾਗਰ ਹੁੰਦਾ ਹੈ ਮਨ ਵਿੱਚ। ਗਾਵੀਏ ਸੁਣੀਏ ਮਨ ਰੱਖੀਏ ਪਾਓ। ਹੁਣ ਇੱਕ ਪੰਕਤੀ ਹੈ, ਅਸੀਂ ਕਈ ਵਾਰ ਪੜ੍ਹਦੇ ਹਾਂ,
ਆਪਣੇ ਸਾਲਾਂ ਵਿੱਚ ਅਸੀਂ ਕਿੰਨੇ ਹਜ਼ਾਰਾਂ ਵਾਰੀ ਪੜ੍ਹ ਚੁੱਕੀ, ਲੱਖਾਂ ਵਾਰੀ ਪੜ੍ਹ ਚੁੱਕੇ ਹੋਣੇ ਆ, ਪਰ ਇਸ ਪੰਕਤੀ ਦਾ ਸਾਡੇ ਜੀਵਨ ਵਿੱਚ ਅਸਰ ਕਿੰਨਾ ਹੈ, ਕਿਤਨਾ ਗਹਿਨ ਇੰਪੈਕਟ ਹੈ, ਕਿਤਨਾ ਵੱਡਾ ਸਟੈਂਪ ਹੈ ਛੱਡਦੀ ਹੈ। अगर स्पिरिचुअल साइकोलॉजी कुछ चीज़ है तो ये स्पिरिचुअल साइकोलॉजी लिए कितनी असेंशियल है महाराज, कि मन विच प्रेम उठता है। गाविए सुनिए मन रखिए पाओ, कोई गा रहा है, सुन रहा है, यह ध्यान है। असी ध्यान नाल गावांगे, उसे ध्यान नाल सुनांगे महाराज। शब्द का ध्यान हो गया है। पक्का तो यह गल है कि शब्द का ध्यान भी साडे कोल नहीं है। ਇਹਦੇ ਲਈ ਅਭਿਆਸ ਦੀ ਲੋੜ ਹੈ, ਨੀਂਦ ਤਿਆਗਣ ਦੀ ਲੋੜ ਹੈ, ਸੰਗਤ ਦੀ ਲੋੜ ਹੈ। ਮਹਾਰਾਜ ਸਾਨੂੰ ਸਮਝਾ ਰਹੇ ਹਨ, ਰਾਜਨ ਰਾਮ ਰਵੇ। ਰਾਜਨ ਰਾਮ ਦੇ ਵਿੱਚ ਰਵਿਆ ਗਿਆ ਹੈ ਮਹਾਰਾਜ, ਉਹਦੇ ਵਿੱਚ ਮਿਲ ਗਿਆ ਹੈ, ਸਮਾ ਗਿਆ ਹੈ। ਕੋਈ हितकारी लोग होंगे महाराज, जो प्रेम करते, हित और कार। महाराज कहते प्रेम नाल, जिसने जो उन्हें पुकारेगा समाएगा। महाराज यह गल है, इत्थे दुनिया रुक जाती है। मेरा सब कुछ बिगड़ सकता है जीवन विच, और मैं उसनूं बहुत बड़ा डिजास्टर गिणांगा। पर अगर मेरा सब कुछ भी ना बिगड़िया, सब कुछ बहुत अच्छा रहा जीवन में, और मैनू अध्यात्मक प्रेम ना मिलिया, तो मेरा जीवन ही बड़ा बड़ा डिजास्टर है। समझना महाराज, मैं जिन्हां वस्तुओं नूं बहुत इंपॉर्टेंस दे के अपने नाल चलदा हाँ, अपना समझदा हाँ, उन्हां नूं देख रेख करदा हाँ, तो गुरु साहब कहते हैं जो छड्डना सो अस्थिर कर जाना। जिन्हों छड्डना है उसनूं जानदा है कि नाल है मेरे। तो जिहड़ी वस्तु मेरे नाल है और जो जिहदे नाल मैं अगे जाना है, और जिन्हों संभाले बिना मेरा जीवन एक बहुत बड़ा लॉस बन जाएगा, ट्रैजिडी बन जाएगा, क्योंकि ट्रैजिडी ही रह जाती है। फिर अज असी इत्थे बैठे हाँ, विचारते हाँ, समा है, कुछ किरपा है महाराज की, हजूरी है। असी कोई अध्यात्म की कमाई ते पहुंचे नहीं, पर उसकी गल विचारते हाँ। महाराज यह बीज बो रहे हैं असी, और यह बीज बोने बड़े जरूरी हैं। इन्हां बीजां ते ही फिर अगे फल लगेगा। किस रूप में लगेगा सानू ध्यान नहीं है महाराज। पर यह बीज ना बोए गए, संगत ना कीती शब्द दी, सांझ ना कीती शब्द दी, जपिया नहीं नाम, तो फिर असी वो बीज नहीं बो रहे जिहदे नाल साडा जीवन एक सक्सैस स्टोरी हो सकता है। महाराज सानू समझा रहे हैं कि जो प्रेम नाल उहदे विच समाएगा, उहदे दर्शन विच बैठेगा, वो है राजन राम रवे हितकार। वो की करेगा महाराज, रण में लूजे मनु अमार। वो उतर गया मैदान विच। अगर जीवन एक फ्रिक्शन है बिटवीन गुड और बैड, या फिर मेरे अध्यात्म दे और दुनिया दे विच किहड़ी चीज़ मेरा आधार है, फाउंडेशन है लाइफ दी, इहदे विच एक टू एंड फ्रो चलदा पिया है। कदे मेरा जीवन भारी हो जाता है, मैं अध्यात्म तो टुट जाना, कदे फिर मैं अध्यात्म विच पैंदा हाँ, जीवन तो टुट जाना हाँ। मन की अवस्था इहो जी है, मन हले रंगिया नहीं गया है। मन सने सने रंगिया जाएगा हौले हौले। कदे उन्होंने दर्शन दिखते हैं प्रतक, कदे ओझल हो जाते हैं, क्योंकि ध्यान पक्या नहीं है, प्रेम आया नहीं है।
ਤਾਂ ਮਹਾਰਾਜ ਕਹਿੰਦੇ ਨੇ ਜਿਸ ਇਨਸਾਨ ਨੇ ਨਿਰੰਕਾਰ ਨੂੰ ਪ੍ਰੇਮ ਨਾਲ ਪੁਕਾਰਿਆ, ਉਹਦੇ ਵਿੱਚ ਉਹਦਾ ਧਿਆਨ ਲੱਗ ਗਿਆ, ਤਾਂ ਸਮਝਣਾ ਕਿ ਉਸਨੇ ਇਸ ਦੁਨੀਆ ਦੀ ਵੱਡੀ ਜੰਗ ਦੇ ਵਿੱਚ ਆਪਣਾ ਪੈਰ ਰੱਖ ਦਿੱਤਾ ਹੈ। ਮਨ ਨੂੰ ਮਾਰਨਾ ਹੈ ਮਹਾਰਾਜ। ਐ ਮਨ ਚਲਤਿਓ ਚਲਤਿਓ ਮਨ ਰਾਖੇ ਅੰਮ੍ਰਿਤ ਚਾਖੇ। ਚਲਦੇ ਹੋਏ ਮਨ ਨੂੰ ਛੱਡ ਦੇਣਾ, ਅੰਮ੍ਰਿਤ ਨੂੰ ਛਕਣਾ ਹੈ ਮਹਾਰਾਜ। ਅਸੀਂ ਮਨ ਦੀ ਗੱਲ ਵਿਚਾਰ ਚੁੱਕੇ ਹਾਂ ਪਹਿਲਾਂ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਜ ਤੱਤ ਕਾ ਜੀਓ। ਇਹ ਜਿਹੜਾ ਮਨ ਹੈ ਮੇਰਾ, ਇਹ ਕਿੱਥੋਂ ਆਇਆ ਹੈ? ਜਦੋਂ ਮੇਰੀ ਲਿਵ ਲੱਗੀ, ਜਦੋਂ ਮੇਰੀ ਲਿਵ ਟੁੱਟੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਤਾਂ ਮੇਰਾ ਮਨ ਉਦੋਂ ਜਗਿਆ, ਉਦੋਂ ਮੇਰਾ ਮਨ ਪ੍ਰਗਟ ਹੋ ਗਿਆ। ਇਹ ਮਨ ਮੂਵਿੰਗ ਮਾਈਂਡ, ਜਨਮ ਲਿਆ ਮੈਂ। ਨਿਰੰਕਾਰ ਨਾਲ ਲਿਵ ਲੱਗੀ ਸੀ, ਉਹਦੇ ਹੁਕਮ ਨਾਲ ਟੁੱਟ ਗਈ, ਮੈਂ ਜਨਮ ਲਿਆ। ਮਾਇਆ ਅਮਰ ਵਰਤਾਇਆ, ਹੁਣ ਮੇਰੇ ਮਾਇਆ ਦੇ ਜੀਵਨ ਵਿੱਚ ਮੇਰਾ ਪੈਰ ਆ ਗਿਆ ਹੈ, ਮੇਰਾ ਜਨਮ ਆ ਗਿਆ ਹੈ। ਮਾਇਆ ਇਹੋ, ਮਾਇਆ ਜਿਹੜਾ ਹੈ ਇਹ ਉਹਦਾ ਹੁਕਮ ਹੈ। ਤਾਂ ਹੁਣ ਮੇਰੇ ਕੋਲ ਇਹ ਮਨ ਆ ਗਿਆ ਜਿਹੜਾ ਪੰਜ ਤੱਤ ਦਾ ਮਨ ਹੈ। ਜਿਹੜਾ ਮੇਰਾ ਮਨ ਦਾ ਰੂਪ ਇਸ ਤੋਂ ਪਹਿਲਾਂ ਸੀ ਉਹ ਵਿਚਾਰਾਂਗੇ, ਪਰ ਹੁਣ ਮਨ ਦਾ ਰੂਪ ਕੁਝ ਹੋਰ ਹੋ ਗਿਆ। ਮਨ ਹੁਣ ਪੰਜਾਂ ਤੱਤਾਂ ਦਾ ਮਨ ਲੱਗ ਗਿਆ। ਇਹਦੇ ਵਿੱਚ ਸ਼ਕਤੀ ਹੈ ਉਸ ਨਿਰੰਕਾਰ ਦੀ, ਉਹਦੇ ਦਰਸ਼ਨ ਹਨ, ਇਹਦੇ ਵਿੱਚ ਸਾਨੂੰ ਨਹੀਂ ਦਿਖਦੇ ਹਨ। ਗੁਰੂ ਕਹਿੰਦਾ ਇਹ ਮਨ ਲੈ ਜਿਓ। ਜਦੋਂ ਇਹ ਮਨ ਤੋਂ ਪਾਰ ਚਲੇ ਜਾਵਾਂਗੇ, ਉਨ ਮਨ ਰਹੇ। ਤਾਂ ਮਨ ਮਰ ਗਿਆ ਮਹਾਰਾਜ, ਤਾਂ ਫਿਰ ਉਨ ਮਨ ਰਹਿ ਗਿਆ। ਮੂਵਿੰਗ ਮਾਈਂਡ ਨੂੰ ਤਿਆਗ ਦਿੱਤਾ। ਮੂਵਿੰਗ ਮਾਈਂਡ ਦੇ ਵਿੱਚ ਕੀ ਕੁਝ ਹੈ? ਮੂਵਿੰਗ ਮਾਈਂਡ ਵਿੱਚ ਸਾਰਾ ਜੀਵਨ ਹੈ ਮੇਰਾ। ਮੈਂ ਕੌਣ ਹਾਂ, ਮੇਰੀ ਆਈਡੈਂਟਿਟੀ, ਮੈਂ ਕੀ ਸਿੱਖਿਆ, ਮੇਰੀ ਕੀ ਐਜੂਕੇਸ਼ਨ, ਕੀ ਮੇਰੇ ਇੰਟਰਸਟ ਸਨ, ਕੀ ਮੇਰੇ ਫਰੈਂਡਸ਼ਿਪ ਸਨ, ਕੀ ਮੇਰੀ ਲਾਈਕਸ ਔਰ ਡਿਸਲਾਈਕਸ ਸਨ, ਕੀ ਮੇਰੀ ਵੀਕਨੈਸਿਸ ਸਨ, ਕੀ ਸਟਰੈਂਥ ਸਨ। ਜੋ ਕੁਝ ਵੀ ਮੈਂ ਸਿੱਖਿਆ ਹੈ, ਜੋ ਕੁਝ ਵੀ ਮੈਂ ਅਡੋਪਟ ਕੀਤਾ ਹੈ, ਕੰਡੀਸ਼ਨਡ ਮਾਈਂਡ ਵਿੱਚ ਸਭ ਕੁਝ ਹੈ। ਜੋ ਮੈਂ ਇਹਦੇ 'ਚ ਭਾਂਡੇ 'ਚ ਪਾਇਆ ਉਹੀ ਇਹਦੇ ਵਿੱਚ ਹੈ। ਜੋ ਮੈਂ ਸੰਗਤ ਕੀਤੀ ਉਹ ਸਭ ਇਸ ਮੂਵਿੰਗ ਮਾਈਂਡ ਵਿੱਚ ਹੈ। ਇਹ ਮਾਈਂਡ ਸਦਾ ਹੀ ਚੇਂਜ ਹੁੰਦਾ ਰਹਿੰਦਾ, ਇਹ ਕਦੇ ਵੀ ਥਿਰ ਨਹੀਂ ਹੈ। ਅਸੀਂ ਹਿਰੈਕਲਿਟਸ ਦੀ ਗੱਲ ਵਿਚਾਰੀ ਸੀ, ਜਿਹਨੇ ਕਿਹਾ ਕਿ ਮੈਨ ਕੈਨ ਨੈਵਰ ਐਂਟਰ ਦ ਸੇਮ ਰਿਵਰ ਟਵਾਈਸ, for it is a changing river and changing mind। ਤਾਂ ਮਹਾਰਾਜ ਗੱਲ ਇਹ ਹੈ ਕਿ ਅਸੀਂ ਇਸ ਮਨ ਦੇ ਵਿੱਚ ਵਿਚਰਦੇ ਹਾਂ, ਔਰ ਇਹ ਮਨ ਇੱਕ ਟ੍ਰਾਂਜ਼ੀਐਂਟ ਟੈਂਪਰਰੀ ਵਹੀਕਲ ਹੈ ਕ੍ਰੀਏਸ਼ਨ ਦੀ, ਜਿਹਦੇ ਨਾਲ ਅਸੀਂ ਪਹਿਲੇ ਉਸ ਮਨ ਨੂੰ ਜਾਣ ਲੈਣਾ ਹੈ ਜਿੱਥੇ ਨਿਰੰਕਾਰ ਵਸਦਾ ਹੈ। ਤਾਂ ਗੁਰੂ ਕਹਿੰਦਾ ਇਹ ਮਨ ਲੈ ਜਿਓ, ਉਨ ਮਨ ਰਹੇ, ਤਾਂ ਤੀਨ ਲੋਕ ਕੀ ਬਾतें ਕਹੇ। ਜਦੋਂ ਇਸ ਮਨ ਤੋਂ ਪਾਰ ਚਲੇ ਜਾਵਾਂਗੇ ਤਾਂ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਏਗਾ, ਜੀਵਨ ਦਾ ਗਿਆਨ ਹੋ ਜਾਏਗਾ। ਕੀ ਹੈ ਉੱਥੇ, ਕੀ ਹੈ ਮਹਾਰਾਜ ਦੂਸਰੇ ਮਨ ਵਿੱਚ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਮਨ ਤੋਂ ਉਸ ਮਨ ਵਿੱਚ ਜਾਣ ਵਾਸਤੇ ਕੀ ਚਾਹੀਦਾ? ਥਿਰ ਘਰ ਬੈਸੋ ਹਰ ਜਨ ਪਿਆਰੇ। ਉਹ ਥਿਰ ਘਰ ਵਿੱਚ ਹੈ ਉਸ ਮਨ ਦੀ ਦਰਸ਼ਨ। ਉਹ ਥਿਰ ਘਰ ਮੇਰੇ ਅੰਤਰਾਤਮਾ ਵਿੱਚ ਹੈ, ਮੇਰੇ ਆਤਮਾ ਦੇ ਦਰਸ਼ਨ ਹਨ ਮਹਾਰਾਜ। ਉੱਥੇ ਉਹ ਦਰਵਾਜ਼ਾ ਖੁੱਲ੍ਹਦਾ ਹੈ ਜਿਹਦੇ ਨਾਲ ਮੈਨੂੰ ਗਿਆਨ ਹੋ ਜਾਂਦਾ ਹੈ ਕਿ ਜਿਸ ਸੁੱਖ ਨੂੰ ਮੈਂ ਲੱਭਦਾ ਹਾਂ ਬਾਹਰ, ਉਹ ਮੇਰੇ ਨਾਲ ਹੀ ਸਦਾ ਸੀ। ਉਹ ਪ੍ਰਗਟ ਹੋ ਗਿਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਏ ਜੀਓ। ਉਸ ਅੰਮ੍ਰਿਤ ਦੇ ਲੱਛਣ ਕੀ ਹਨ? ਪ੍ਰੇਮ ਹੈ ਮਹਾਰਾਜ, ਅਮਰ ਹੋ ਜਾਣਾ ਹੈ, ਕਾਲ ਫਤਿਹ ਹੁੰਦੀ ਹੈ ਮਹਾਰਾਜ। ਤਾਂ ਹਜ਼ੂਰ ਦਰਸ਼ਨ ਕਰਾ ਰਹੇ ਹਨ ਉਸ ਮਨ ਦੇ।
ਮਹਾਰਾਜ ਉਸ ਮਨ ਦੀ ਗੱਲ ਅੱਜ ਦੂਸਰੇ ਤਰੀਕੇ ਨਾਲ ਸਾਨੂੰ ਸਮਝਾ ਰਹੇ ਹਨ। ਰਣ ਮੇ ਲੂਝੇ ਮਨੁਆ ਮਾਰ। ਉਸ ਰਣ ਦੇ ਵਿੱਚ ਉਤਰ ਗਿਆ ਹੈ ਮਹਾਰਾਜ, ਜਿਸ ਨਾਲ ਮਨ ਨੂੰ ਮਾਰਿਆ ਜਾਏਗਾ। ਕਿਵੇਂ ਮਾਰਿਆ ਜਾਏਗਾ ਉਹ ਵੀ ਸਮਝਾਏਗਾ ਮਹਾਰਾਜ। ਗੁਰੂ ਜਦੋਂ ਵੀ ਗੱਲ ਛੇੜੇਗਾ ਪੂਰੀ ਕਰੇਗਾ, ਔਰ ਉਹਦੇ ਵਿੱਚ ਪੂਰੇ ਇੰਗਰੀਡੀਐਂਟਸ ਆਉਣਗੇ, ਕਦੇ ਵੀ ਅਧੂਰੇ ਨਹੀਂ ਰਹਿ ਜਾਣਗੇ। ਅਸੀਂ ਬਿਲਕੁਲ ਕਲੈਰਿਟੀ ਵਿੱਚ ਪਹਿਲੀ ਪੰਕਤੀ ਤੋਂ ਹੀ ਜਾਣ ਲਵਾਂਗੇ ਕਿ ਇਸ ਪੰਕਤੀ ਵਿੱਚ ਅਗਲੀ ਕਹਾਣੀ ਕੀ ਆਉਣ ਵਾਲੀ ਹੈ। ਗੁਰੂ ਸਾਰੇ ਰਾਗ ਇਕੱਠੇ ਖੋਲ੍ਹਦਾ ਹੈ, ਕਦੇ ਵੀ ਅਧੂਰੇ ਨਹੀਂ ਕਰਦਾ ਹੈ। ਤਾਂ ਅਸੀਂ ਜਾਣਨਾ ਹੈ ਇਸ ਗੱਲ ਨੂੰ। ਓਂਕਾਰੇਸ਼ਵਰ ਦੇ ਇਸ ਮੰਦਿਰ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਵੇਂ ਸਿੱਧਾ ਨਾਲ ਗੱਲ ਕੀਤੀ ਅਚਲ ਬਟਾਲੇ ਦੇ ਵਿੱਚ, ਇਸ ਤਰ੍ਹਾਂ ਦੀ ਕੁਝ ਗੱਲ ਇੱਥੇ ਵੀ ਚੱਲ ਰਹੀ ਹੈ। ਬ੍ਰਹਮ ਗਿਆਨ ਦੀ ਗੱਲ ਕਰਦੇ ਹੋ। ਮੈਨੂੰ ਕੋਈ ਡਾਊਟ ਨਹੀਂ ਹੈ ਕਿ ਅਗਰ ਉਸ ਪੰਡਿਤ ਨੇ ਗੁਰੂ ਸਾਹਿਬ ਦੇ ਬਚਨ ਅੰਤਰਾਤਮਾ ਵਿੱਚ ਵਸਾਏ, ਸੁਣੇ, ਤਾਂ ਬ੍ਰਹਮ ਗਿਆਨੀ ਹੋ ਕੇ ਉੱਠਿਆ ਹੋਏਗਾ। ਗੁਰੂ ਸਾਹਿਬ ਨੇ ਜੋੜ ਦਿੱਤਾ ਹੋਏਗਾ, ਤਾਂ ਇਤਨਾ ਚਿਰ ਉੱਥੇ ਰਹਿ ਗਏ ਮਹਾਰਾਜ। ਕੋਈ ਤਾਂ ਇੱਥੇ ਪਾਤਰ ਹੈ, ਇਸ ਬਿਫਿਟਿੰਗ ਹੈ ਇਸ ਗਿਆਨ ਦੇ, ਜਿਸ ਕਰਕੇ ਮਹਾਰਾਜ ਉੱਥੇ ਰੁਕ ਕੇ ਇੰਨਾ ਗਿਆਨ ਦੇ ਰਹੇ ਹਨ। ਕੋਈ ਤਾਂ ਸਿੱਖ ਹੈ ਜਿਹਦੇ ਲਈ ਟੁਰੇ ਹਨ ਮਹਾਰਾਜ ਬਾਹਰ। ਗੁਰਮੁਖ ਖੋਜਤ ਪਏ ਉਦਾਸੀ, ਨਹੀਂ ਤਾਂ ਮਹਾਰਾਜ ਦੇ ਪੈਰ ਨਹੀਂ ਰੁਕਦੇ ਹਨ। ਮਹਾਰਾਜ ਸੱਚ ਦੇ ਵਪਾਰੀ ਹਨ। ਜੋ ਸੱਚ ਨੂੰ ਲੈਣ ਆਏਗਾ ਕੋਈ, ਤਾਂ ਹੀ ਉਹਦਾ ਵਪਾਰ ਹੋਏਗਾ। ਅਗਰ ਝੂਠੇ ਹੋਣਗੇ ਸਾਰੇ ਤਾਂ ਮਹਾਰਾਜ ਅੱਗੇ ਚੱਲ ਪੈਣਗੇ, ਉੱਥੇ ਨਹੀਂ ਰੁਕਣਗੇ। ਔਰ ਇਸ ਰੂਪ ਵਿੱਚ ਗੁਰੂ ਨਾਨਕ ਸਾਹਿਬ ਸਾਡੇ ਨਾਲ ਸਦਾ ਹੀ ਵਿਆਪਕ ਹਨ, ਸਦਾ ਹੀ ਬਿਰਾਜਮਾਨ ਹਨ, ਸਦਾ ਹੀ ਦਰਸ਼ਮਾਨ ਹਨ। ਕਿਧਰੇ ਵੀ ਕਦੇ ਵੀ ਨਹੀਂ ਗਏ ਹਨ, ਕਿਤੇ ਵੀ। ਔਰ ਅਗਰ ਇਸ ਬਾਣੀ ਨੂੰ ਬਾਰ-ਬਾਰ ਵਿਚਾਰਾਂਗੇ ਧਿਆਨ ਨਾਲ, ਤਾਂ ਜੋ ਇਸ ਪੰਕਤੀ ਵਿੱਚ ਮਹਾਰਾਜ ਨੇ ਪਹਿਲੀ ਪੰਕਤੀ ਵਿੱਚ ਕਹਿ ਦਿੱਤਾ, ਉਹ ਪ੍ਰਤੱਖ ਹੋ ਜਾਏਗਾ ਸਾਡੇ ਅੰਦਰ। ਦਰਅਸਲ ਬਾਣੀ ਉਚਾਰੀ ਹੀ ਇਸ ਕਰਕੇ ਗਈ ਹੈ ਕਿ ਇਹ ਟਰਾਂਸਫਾਰਮ ਕਰ ਦੇ ਮੇਰੇ ਮਨ ਨੂੰ। ਸੁਣਨ ਨਾਲ ਮਨ ਬਦਲਦਾ ਹੈ, ਮਨ ਵਿੱਚ ਸਤ ਪ੍ਰਤੱਖ ਹੁੰਦਾ ਹੈ। ਸੁਣੀਏ ਮੰਨੀਏ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਲਾਓ। ਮਹਾਰਾਜ ਨੇ ਜੋ ਸਾਨੂੰ ਦੱਸ ਰਹੇ ਹਨ, ਸੁਣਨ ਨਾਲ ਜੋ ਚੇਂਜ ਸਾਡੇ ਅੰਦਰ ਆ ਸਕਦਾ ਹੈ, ਇਹ ਧਿਆਨ ਦੇ ਨਾਲ ਅਗਰ ਸੁਣੀਏ ਅਸੀਂ, ਤਾਂ ਗੁਰੂ ਸਾਡੇ ਜੀਵਨ ਵਿੱਚ ਪ੍ਰਤੱਖ ਹੋ ਜਾਏਗਾ। ਸਾਡੇ ਸਬਕੌਨਸ਼ੀਅਸ ਵਿੱਚ ਸ਼ਬਦ ਬੈਠ ਜਾਏਗਾ। ਫਿਰ ਇੱਕ ਜਰਨੀ ਸ਼ੁਰੂ ਹੋਏਗੀ, ਜਿਸ ਦੀ ਗੱਲ ਅੱਜ ਮਹਾਰਾਜ ਨੇ ਦੂਜੀ ਪੰਕਤੀ ਵਿੱਚ ਕਰ ਦਿੱਤੀ ਹੈ। ਇੱਕ ਜੰਗ ਛਿੜ ਜਾਏਗੀ ਅੰਦਰ, ਜਿਹਦੇ ਨਾਲ ਮੈਂ ਇਸ ਮਨ ਨੂੰ ਮਾਰ ਲਵਾਂਗਾ। ਔਰ ਇਸ ਮਨ ਨੂੰ ਮਾਰੇ ਬਿਨਾਂ ਮੈਂ ਫਤਿਹ ਨਹੀਂ ਹੋ ਸਕਦਾ ਜੀਵਨ। ਕੁਛ ਵੀ ਮੈਂ ਹੋਰ ਕਰ ਲਵਾਂ, ਮੈਂ ਹਾਰ ਕੇ ਜਾਵਾਂਗਾ। ਜਦ ਕਿ ਜੀਵਨ ਵਿੱਚ ਉਹਨਾਂ ਲੋਕਾਂ ਨੂੰ ਵੈਲਿਊ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਬਹੁਤ ਪੈਸਾ ਹੈ, ਸ਼ੋਹਰਤ ਹੈ, ਪਾਵਰ ਹੈ, ਮਨੀ ਹੈ, ਪਰ ਗੁਰੂ ਉਸ ਨੂੰ ਬਿਲਕੁਲ ਵੈਲਿਊ ਨਹੀਂ ਦਿੰਦਾ ਹੈ। ਕੋ ਹਰ ਸਮਾਨ ਨਹੀਂ ਰਾਜਾ, ਐ ਭੂਪਤ ਸਭ ਦਿਵਸ ਚਾਰ ਕੇ। ਇਹ ਹੈ ਕਾਰਨ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਰਾਜ ਵੀ ਹਨ, ਇਹ ਚਾਰ ਦਿਨ ਦੇ ਹਨ, ਝੂਠੇ ਹਨ। ਜੋ ਸੱਚ ਦਾ ਵਪਾਰੀ ਹੈ ਉਹ ਸੱਤ ਦੇ ਨਾਲ ਹੀ ਜੀਏਗਾ, ਉਹਦੇ ਨਾਲ ਹੀ ਮਰੇਗਾ, ਉਹਦੀ ਮੌਤ ਨਹੀਂ ਹੋਏਗੀ ਫਿਰ ਕਦੇ। ਇਹ ਬੜਾ ਵੱਡਾ ਡਿਫਰੈਂਸ ਹੈ, ਸਾਨੂੰ ਸਮਝਣ ਦੀ ਲੋੜ ਹੈ। ਮਹਾਰਾਜ ਸਾਨੂੰ ਦੱਸਦੇ ਹਨ, ਰਣ ਮੇ ਲੂਝੇ ਮਨੁਆ ਮਾਰ। ਮਨ ਨੂੰ ਮਾਰ ਲਏਗਾ ਉਹ ਫਿਰ, ਔਰ ਬਿਨਾਂ ਮਨ ਨੂੰ ਮਾਰੇ ਭਟਕਣ ਹੀ ਰਹੇਗਾ। ਇਹ ਜਿਹੜੀ ਰਹਾਉ ਦੀ ਪੰਕਤੀ ਹੈ, ਮਹਾਰਾਜ ਨੇ ਐਸੇ ਗੱਲ ਨੂੰ ਪ੍ਰਗਟ ਕੀਤਾ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਜੀਵਨ ਵਿੱਚ ਤੂੰ ਜੰਜਾਲ ਲਿਖੇ ਹਨ, ਆਪਣੇ ਕੌਨਫਲਿਕਟਸ ਲਿਖੇ ਹਨ ਆਪਣੇ ਜੀਵਨ ਵਿੱਚ। ਲੌਸ ਲਿਖ ਰਿਹਾ ਹੈ ਤੂੰ, ਆਪਣੇ ਮਨ ਨੂੰ ਟਰੈਪ ਕਰ ਰਿਹਾ ਹੈ ਤੂੰ।
ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਆਪਣੇ ਮਨ ਨੂੰ ਰਾਮ ਦੇ ਨਾਮ ਨਾਲ ਜੋੜਦਾ ਹੈ। ਕਿਹੜੇ ਜੀਵਨ ਵਿੱਚ ਤੂੰ ਜੀ ਰਿਹਾ ਹੈ, ਇਸ ਨੂੰ ਬਦਲ ਦੇ। ਉਸ ਮਨ ਦੀ ਗੱਲ ਕਰ ਜਿਸ ਮਨ ਵਿੱਚ ਨਿਰੰਕਾਰ ਵਸਦਾ ਹੈ, ਜਿਹੜਾ ਥਿਰਗਰ ਹੈ, ਜਿਹਦੇ ਨਾਲ ਜੀਵਨ ਦੀ ਜਿੱਤ ਹੈ ਮਹਾਰਾਜ। ਫਿਰ ਮਹਾਰਾਜ ਦੱਸਦੇ ਹਨ, ਰਾਤ ਦਿਨਤ ਰਹੇ ਰੰਗ ਰਾਤਾ। ਹੁਣ ਇਹ ਗੱਲ ਸਾਡੇ ਨਾਲ ਸਮਝਣ ਵਾਲੀ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਕੁਝ ਚਿਰ ਕਰਦੇ ਹਾਂ, ਰਾਤ ਦਿਨ ਨਹੀਂ ਕਰ ਪਾਉਂਦੇ। ਇਹ ਕਿਸ ਤਰ੍ਹਾਂ ਪੋਸੀਬਲ ਹੈ? ਜੋ ਗੱਲ ਗੁਰੂ ਸਾਹਿਬ ਕਹਿ ਰਹੇ ਹਨ, ਰਾਤ ਦਿਨਤ ਰਹੇ ਰੰਗ ਰਾਤਾ, ਇਹਦੇ ਨਾਲ ਦੋ ਪਹਿਲੂ ਜੀਵਨ ਦੇ ਦਿਖਦੇ ਹਨ, ਦਰਸ਼ਮਾਨ ਹੁੰਦੇ ਹਨ, ਦ੍ਰਿਸ਼ਟੀ ਵਿੱਚ ਆਉਂਦੇ ਹਨ। ਜੀਵਨ ਤਿੰਨ ਚੀਜ਼ਾਂ ਤੋਂ ਬਣਦਾ ਹੈ, ਸਪੇਸ, ਟਾਈਮ ਔਰ ਕੌਜ਼। ਹਰ ਚੀਜ਼ ਦੀ ਐਕਸ਼ਨ ਦੀ ਜਗ੍ਹਾ ਹੈ, ਸਮਾਂ ਹੈ, ਸਥਾਨ ਹੈ ਔਰ ਕਾਰਨ ਹੈ। ਇਸ ਪੰਕਤੀ ਵਿੱਚ ਮਹਾਰਾਜ ਦੱਸਦੇ ਹਨ, ਬ੍ਰਹਮ ਗਿਆਨੀ ਤਿੰਨਾਂ ਤੋਂ ਮੁਕਤ ਹੈ। ਉਹਦਾ ਕਾਰਨ ਸਿਰਫ ਹੁਣ ਇੱਕ ਰਹਿ ਜਾਂਦਾ ਹੈ, ਨਿਰੰਕਾਰ। ਨਾ ਤਾਂ ਉਸ 'ਤੇ ਸਮਾਂ ਬੰਦਿਸ਼ ਕਰਦਾ ਹੈ, ਜਿਵੇਂ ਹੁਣ ਮਹਾਰਾਜ ਕਹਿੰਦੇ ਰਾਤ ਦਿਨ। ਮੈਂ ਇਹੋ ਜਿਹੇ ਇੱਕ ਜਨ ਦੀ ਸੰਗਤ ਕੀਤੀ, ਜਦੋਂ ਸ਼ੁਰੂ 'ਚ ਉਹਨਾਂ ਕੋਲ ਮੈਂ ਗਿਆ, ਉਹਨਾਂ ਨੇ ਕਿਹਾ ਤੁਸੀਂ ਰਾਤ ਰਹੋ ਮੇਰੇ ਨਾਲ। ਤਾਂ ਰਾਤ ਨੂੰ ਉਹ 2:30 ਵਜੇ ਇਸ਼ਨਾਨ ਕਰਦੇ ਸਨ, ਔਰ ਉਹਨਾਂ ਦਿਨਾਂ 'ਚ ਗਰਮੀ ਦਾ ਸਮਾਂ ਸੀ, ਬਾਹਰ ਹੀ ਉਹ ਮੰਜੇ 'ਚ ਸੌਂਦੇ ਸਨ, ਅਤੇ ਬਾਹਰ ਹੀ ਉਹਨਾਂ ਨੇ ਮੈਨੂੰ ਕਹਿ ਦਿੱਤਾ ਤੂੰ ਇੱਥੇ, ਇੱਕ ਛੋਟਾ ਜਿਹਾ ਕਮਰਾ ਸੀ। ਤਾਂ 2:30 ਵਜੇ ਜਦੋਂ ਉੱਠੇ ਤਾਂ ਮੇਰੇ ਜੀਵਨ ਵਿੱਚ ਇੱਕ ਇਹੋ ਜਿਹੇ ਦਰਸ਼ਨ ਹੋਏ ਜਿਹੜੇ ਮੈਂ ਕਦੇ ਨਹੀਂ ਅੱਜ ਤੱਕ ਸੋਚੇ। ਔਰ ਇਹੋ ਜਿਹੀ ਐਨਰਜੀ ਨਾਲ ਉੱਠੇ ਜਿਵੇਂ ਕੋਈ ਸ਼ੇਰ ਉੱਠਦਾ ਹੈ ਦਹਾੜਦਾ ਹੋਇਆ। ਤਾਂ ਉੱਥੇ ਸੇਵਾ ਕਰਨ ਲਈ ਜਿਹੜੇ ਲੋਕ ਸਨ, ਉਹਨਾਂ ਨੇ ਇਸ਼ਨਾਨ ਤਿਆਰ ਕੀਤਾ, ਹੋਰ ਉਹ ਤਿਆਰ ਹੋਏ। ਫਿਰ 3 ਵਜੇ ਬਾਜੇ 'ਤੇ ਉਂਗਲੀ ਕੀਰਤਨ ਹੁੰਦਾ ਸੀ ਰੋਜ਼। ਪਰ ਉਹ 2-3 ਦਿਨ ਜਦੋਂ ਉਹਨਾਂ ਦੇ ਨਾਲ ਮੈਂ ਸੰਗਤ ਕੀਤੀ, ਉਹਨਾਂ ਨੇ ਤੀਜੇ ਦਿਨ ਮੈਨੂੰ ਬੁਲਾ ਕੇ ਕੁਝ ਕਿਹਾ। ਉਹਨਾਂ ਨੇ ਕਿਹਾ ਤੂੰ ਦੇਖ ਰਿਹਾ ਹੈ ਕਿ ਇਸ ਜੀਵਨ ਵਿੱਚ ਰਾਤ ਦਿਨ ਦਾ ਕੋਈ ਫਰਕ ਨਹੀਂ ਹੈ। ਤੂੰ ਮੇਰੇ ਨਾਲ ਹੈ, ਰਾਤ ਨੂੰ ਵੀ ਦਿਨ ਵੀ, ਕਿਉਂਕਿ ਮੈਂ ਕੌਨਸਟੈਂਟਲੀ ਉਹਨਾਂ ਦਾ ਕੰਪੈਨੀਅਨ ਰਿਹਾ। 4.5 ਸਾਲ ਜਿਵੇਂ ਪਰਛਾਵਾਂ ਹੁੰਦਾ ਹੈ। ਉਹਨਾਂ ਨੇ ਪ੍ਰੇਮ ਦੇਣਾ ਸੀ, ਕੋਈ ਗੱਲਾਂ ਸਨ ਜਿਸ ਕਾਰਨ ਕਰਕੇ ਉਹਨਾਂ ਨੇ ਇੰਨੀ ਕਿਰਪਾ ਕੀਤੀ ਮੇਰੇ 'ਤੇ। ਫਿਰ ਵੀ ਮੈਂ ਉਸ ਜੋਗਾ ਨਹੀਂ ਰਿਹਾ ਜਿਸ ਜੋਗੇ, ਜੋ ਇੰਨਾ ਪ੍ਰੇਮ ਕੋਈ ਦੇ ਕਿੱਥੇ ਪਹੁੰਚ ਸਕਦਾ ਇਨਸਾਨ। ਤਾਂ ਮਹਾਰਾਜ ਨੇ ਕਿਹਾ ਕਿ ਨਾ ਰਾਤ ਹੈ ਨਾ ਦਿਨ ਹੈ। ਔਰ ਇਹ ਗੱਲ ਮੈਨੂੰ ਬਿਲਕੁਲ ਤੀਰ ਵਾਂਗ ਲੱਗੀ, ਕਿਉਂਕਿ ਮੇਰੇ ਜੀਵਨ ਵਿੱਚ ਮੈਨੂੰ ਦਿਖ ਗਿਆ ਕਿ ਰਾਤ ਦਿਨ ਦਾ ਕੋਈ ਫਰਕ ਨਹੀਂ ਹੈ। ਅਸੀਂ ਰਾਤ ਨੂੰ ਸੌਂਦੇ ਹਾਂ, ਦਿਨ ਨੂੰ ਜਗਦੇ ਹਾਂ, ਪਰ ਇੱਥੇ ਤਾਂ ਪਹਿਰਾ ਇਸ ਤਰ੍ਹਾਂ ਦਾ ਹੈ ਕਿ ਨਾ ਰਾਤ ਹੈ ਨਾ ਦਿਨ ਹੈ। ਇੱਕੋ ਜਿਹੇ ਦਰਸ਼ਨ ਹਨ, ਇੱਕੋ ਜਿਹੇ ਧਿਆਨ ਹਨ। ਸ਼ਬਦ ਦਾ ਪ੍ਰਗਟਾਵਾ ਸੀ ਉਹਨਾਂ ਦੇ ਨਾਲ। ਮੈਨੂੰ ਤਾਂ ਗਿਆਨ ਨਹੀਂ ਹੈ, ਪਰ ਉਹਦੇ ਨਾਲ ਰਹਿੰਦੇ ਹੋਏ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਮਨ ਦੀ ਅਵਸਥਾ ਇਹੋ ਜਿਹੀ ਹੈ ਕਿ ਮੈਨੂੰ ਰਾਤ ਦਿਨ ਦਾ ਕੋਈ ਭੇਦ ਨਹੀਂ ਆ ਰਿਹਾ। ਤਾਂ ਇਹ ਗੱਲ ਗੁਰੂ ਸਾਹਿਬ ਅੱਜ ਦੱਸਦੇ ਹਨ ਕਿ ਰਾਤ ਦਿਨਤ ਰਹੇ ਰੰਗ ਰਾਤਾ। ਉਹਦੇ ਰੰਗ ਵਿੱਚ ਰਹਿੰਦਾ ਹੈ ਉਹ, ਜਿਹਨੂੰ ਨਿਰੰਕਾਰ ਪ੍ਰਤੱਖ ਹੋ ਜਾਂਦਾ ਹੈ। ਔਰ ਇਹ ਸਮਝਣਾ, ਜਿਹੜਾ ਜਨ ਇਸ ਤਰ੍ਹਾਂ ਜੀਏਗਾ। ਔਰ ਇਹਦੇ ਨਾਲ ਇੱਕ ਹੋਰ ਕੰਡੀਸ਼ਨ ਅੱਗੇ ਦੱਸ ਰਹੇ ਹਨ, 3 ਭਵਨ ਜੁਗ ਚਾਰੇ ਜਾਤਾ। 3 ਭਵਨਾਂ ਤੋਂ, 3 ਭਵਨ ਮਤਲਬ ਸਪੇਸ ਹੋ ਗਿਆ। 3 ਭਵਨ, ਮਾਤ ਲੋਕ, ਆਕਾਸ਼ ਲੋਕ, ਪ੍ਰਿਥਵੀ, ਪਾਤਾਲ ਲੋਕ, ਜਿਤਨੇ ਵੀ ਭਵਨ ਹਨ, ਯਾਨੀ ਕ੍ਰੀਏਸ਼ਨ ਦੀ ਜਿਹੜੀ ਫਿਜ਼ੀਕਲ ਐਟਰੀਬਿਊਸ਼ਨ ਹਨ, ਉਹ ਉਸ ਤੋਂ ਹੀ ਮੁਕਤ ਹੋ ਗਿਆ। ਫਿਰ ਇਹ ਇਨਸਾਨ ਹੁਣ ਜੀਵਨ ਦੀ ਇੱਕ ਨਵੀਂ ਡਾਇਮੈਂਸ਼ਨ ਵਿੱਚ ਪੈਰ ਰੱਖ ਚੁੱਕਿਆ ਹੈ, ਜਿੱਥੇ ਫਿਜ਼ੀਕਲ ਜੀਵਨ ਦੀ ਕੋਈ ਲੋੜ ਨਹੀਂ ਹੈ। ਲੋੜ ਹੈ ਤਾਂ ਉਤਨਾ ਹੀ ਹੈ ਜਿਤਨਾ ਉਸ ਜੀਵਨ ਦੀ ਇੰਪੋਰਟੈਂਸ ਹੈ। ਔਰ ਉਹਦੇ ਕਾਰਨ ਕਰਕੇ ਜੀਵਨ ਦੀ ਜੋ ਚਾਲ ਹੈ, ਜੀਵਨ ਦੇ ਮਨ ਦਾ ਜੋ ਅੰਦਰ ਦਾ
ਦਰਸ਼ਨ ਹੈ, ਮਨ ਦਾ ਜੋ ਜੀਵਨ ਹੈ, ਉਹ ਇਸ ਤੋਂ ਹੁਣ ਅਨਅਫੈਕਟਡ ਹੈ। ਨਾ ਰਾਤ ਦਿਨ ਤੋਂ ਅਫੈਕਟਡ ਹੈ, ਨਾ ਸਮੇਂ ਸਥਾਨ ਤੋਂ ਅਫੈਕਟਡ ਹੈ। ਤਾਂ ਟਾਈਮ ਔਰ ਸਪੇਸ, ਇਹ ਦੋਨੋਂ ਚੀਜ਼ਾਂ ਤੋਂ ਪਰੇ ਚਲਾ ਗਿਆ। ਕੇਵਲ ਕਾਰਨ ਰਹਿ ਗਿਆ। ਇਸ ਪੰਕਤੀ ਦੱਸਣਗੇ ਕਿ ਕਾਰਨ ਵੀ ਇੱਕ ਰਹਿ ਜਾਂਦਾ ਹੈ, ਉਹ ਨਿਰੰਕਾਰ ਹੈ ਬਸ। ਹੋਰ ਕੋਈ ਕਾਰਨ ਵੀ ਨਹੀਂ ਰਹਿ ਜਾਂਦਾ ਜੀਵਨ ਵਿੱਚ। ਫਿਰ ਇਹ ਮ੍ਰਿਤਿੂ ਫਤਿਹ ਹੋ ਗਈ ਹੁਣ, ਕਿਉਂਕਿ ਮ੍ਰਿਤਿੂ ਮੇਰੇ ਤੋਂ ਕਈ ਲਿਜਾਏਗੀ, ਇਹੀ ਲਿਜਾਏਗੀ, ਟਾਈਮ ਸਪੇਸ ਔਰ ਕੌਜ਼। ਇਹ ਜੀਵਨ ਲਿਜਾਏਗੀ ਜਿਹੜਾ ਫਿਜ਼ੀਕਲ ਲਾਈਫ ਹੈ। ਪਰ ਇਸ ਫਿਜ਼ੀਕਲ ਲਾਈਫ ਦੇ ਵਿੱਚ ਮੈਂ ਜੀਣਾ ਹੀ ਛੱਡ ਦਿੱਤਾ, ਜਿੰਦੇ ਜੀ ਇਹ ਮੇਰੇ ਜੀਵਨ ਦਾ ਆਧਾਰ ਹੀ ਨਹੀਂ ਰਿਹਾ ਮਹਾਰਾਜ, ਤਾਂ ਮੇਰੇ ਤੋਂ ਕਿਸੇ ਚੀਜ਼ ਸਰੀਰ ਹੀ ਲਿਜਾਏਗੀ। ਆਤਮਾ ਤਾਂ ਹੁਣ ਰਸ ਵਿੱਚ ਹੈ। ਜਿਵੇਂ ਇਸ ਪੰਕਤੀ ਵਿੱਚ ਮਹਾਰਾਜ ਇੱਕ ਸ਼ਬਦ ਵਰਤਦੇ ਹਨ, ਰਹਿਸੀ, ਆਨੰਦ ਵਿੱਚ ਹੈ ਮਹਾਰਾਜ। ਇਸ ਆਨੰਦ ਨੂੰ ਅਸੀਂ ਖੋਲ੍ਹਣਾ ਹੈ। ਇਸ ਆਨੰਦ ਦੇ ਦਰਸ਼ਨ ਅਸੀਂ ਸਾਂਝੇ ਹੋ ਕੇ ਖੋਲ੍ਹਨੇ ਹਨ ਮਹਾਰਾਜ। ਇਹ ਅਰਦਾਸ ਕਰੀਏ ਨਿਤ, ਜੋ ਵੀ ਜੀਵਨ ਜੀਂਦੇ ਹੋਈਏ, ਜਿੱਥੇ ਵੀ ਜੋ ਵੀ ਕਰੀਏ, ਅਸੀਂ ਇਸ ਦਰਸ਼ਨ ਵੱਲ ਜਾਣਾ ਹੈ। ਮਹਾਰਾਜ ਫਿਰ ਸਮਝਾਉਂਦੇ ਹਨ ਅੱਗੇ, ਰਾਤ ਦਿਨਤ ਰਹੇ ਰੰਗ ਰਾਤਾ, ਉਹਦੇ ਰੰਗ ਵਿੱਚ ਰਤਿਆ ਗਿਆ ਮਹਾਰਾਜ। ਤੀਨ ਭਵਨ ਜੁਗ ਚਾਰੇ ਜਾਤਾ, ਜੁਗ ਚਾਰੇ, ਚਾਰੇ ਜੁਗਾਂ ਦੇ ਵਿੱਚ ਜਿਸਨੇ ਜਾਣ ਲਿਆ, ਉਹਦੇ ਤੇ ਹੁਣ ਕੋਈ ਸਮੇਂ ਦਾ ਇੰਪੈਕਟ ਨਹੀਂ ਰਹਿ ਗਿਆ। ਚਾਰੇ ਜੁਗਾਂ ਵਿੱਚ ਉਹ ਜਾਣਦਾ ਹੈ। ਕੋਈ ਚੀਜ਼ ਜਾਣਦਾ ਹੈ, ਉਹ ਕੁਝ ਸਮੇਂ ਲਈ ਹੈ, ਪਰ ਇੱਥੇ ਸਮੇਂ ਦਾ ਕੋਈ ਇੰਪੈਕਟ ਨਹੀਂ ਹੈ। ਜੁਗ ਚਾਰੇ ਜਾਤਾ, ਉਹ ਜਾਣਦਾ ਹੈ, ਚਾਰੇ ਜੁਗਾਂ ਵਿੱਚ ਜਾਣਦਾ ਹੈ। ਕੋਈ ਵੀ ਸਥਾਨ ਹੋਏ ਉੱਥੇ ਵੀ ਜਾਣਦਾ ਹੈ। ਇਹਨਾਂ ਚੀਜ਼ਾਂ ਦਾ ਹੁਣ ਮੇਰੇ ਮਨ ਤੇ ਕੋਈ ਅਕਸ ਨਹੀਂ ਪੈ ਗਿਆ। ਮੇਰਾ ਮਨ ਭਾਰ ਚਲਾ ਗਿਆ ਇਸ ਤੋਂ ਮਹਾਰਾਜ। ਜਿਨ ਜਾਤਾ ਸੁੱਤੇ ਸੀ ਹੀ ਜਿਹਾ, ਜਿਨੇ ਜਾਣ ਲਿਆ ਉਹ ਨਿਰੰਕਾਰ ਜਿਹਾ ਹੋ ਗਿਆ। ਉਹਦੇ ਦਰਸ਼ਨ ਨਿਰੰਕਾਰ ਵਰਗੇ ਹੋ ਗਏ, ਉਹਦੇ ਰੂਪ ਵਿੱਚ ਸਮਾ ਗਿਆ। ਉਹਦਾ ਮਨ ਔਰ ਨਿਰੰਕਾਰ ਦਾ ਮਨ ਇੱਕ ਹੋ ਗਿਆ ਮਹਾਰਾਜ। ਇੱਥੇ ਕੋਈ ਦੋ ਨਹੀਂ ਰਹਿ ਗਏ ਹਨ। ਇੱਥੇ ਸੱਚਖੰਡ ਦੀ ਗੱਲ ਚੱਲਦੀ ਹੈ ਮਹਾਰਾਜ। ਸੱਚਖੰਡ ਵਸੇ ਨਿਰੰਕਾਰ। ਜਿਵ ਜਿਵ ਹੁਕਮ ਤਿਵੇ ਤਿਵਕਾਰ। ਇੱਥੇ ਹੁਕਮ ਜੀਵਨ ਬਣ ਗਿਆ। ਹੁਣ ਜੋ ਮੇਰਾ ਮਨ ਦੇ ਵਿੱਚ ਫੁਰਨਾ ਹੈ ਉਹੀ ਹੁਕਮ ਹੈ, ਜੋ ਹੁਕਮ ਹੈ ਉਹ ਮਨ ਦੇ ਵਿੱਚ ਫੁਰਨਾ ਹੈ। ਇੱਥੇ ਹੁਣ ਦੋ ਨਹੀਂ ਹਨ ਮਹਾਰਾਜ, ਕੁਛ ਵੀ। ਜੀਵਨ ਹੀ ਇੱਕ ਹੋ ਗਿਆ। ਹੁਣ ਬਾਹਰ ਭੀਤਰ ਦਾ ਜੀਵਨ ਇੱਕ ਹੈ, ਦੋ ਨਹੀਂ ਰਹਿ ਗਏ। ਹੁਣ ਮਨ ਹੁਣ ਇੰਨਾ ਜ਼ਿਆਦਾ ਸਮਾ ਗਿਆ ਨਿਰੰਕਾਰ ਦੇ ਵਿੱਚ, ਇਹਨੇ ਆਨੰਦ ਵਿੱਚ ਆ ਗਿਆ ਕਿ ਇਸ ਜੀਵਨ ਦਾ ਇੰਪੈਕਟ ਹੁਣ ਮਨ ਤੇ ਹੈ ਹੀ ਨਹੀਂ ਕੁਛ ਵੀ। ਰੰਗ ਚੜ੍ਹ ਗਿਆ ਨਿਰੰਕਾਰ ਦਾ। ਦੁਨੀਆ ਦਾ ਰੰਗ ਕੀ ਅਸਰ ਪਾਏਗਾ ਮਹਾਰਾਜ? ਜਿਨ ਜਾਤਾ ਸੁਤੇ ਸੀ ਹੀ ਜਿਹਾ, ਅਤ ਨਿਰਮਾਇਲ ਸੀਜਸ ਦੇਹਾ। ਵਾਹ ਮਹਾਰਾਜ, ਅਤੀ ਨਿਰਮਲ ਹੋ ਗਿਆ ਮਨ। ਰੱਤੀ ਮਾਤਰ ਵੀ ਇਹਦੇ ਵਿੱਚ ਹੁਣ ਕੋਈ ਕਾਲਕ ਨਹੀਂ ਰਹਿ ਗਈ, ਕੋਈ ਭੇਦ ਦੀ ਗੱਲ ਨਹੀਂ ਰਹਿ ਗਈ, ਡਿਫਰੈਂਸ਼ੀਏਸ਼ਨ ਦੀ ਗੱਲ ਨਹੀਂ ਰਹਿ ਗਈ। ਚਿੱਟੀ ਚਾਦਰ ਹੁਣ ਪੂਰੀ ਚਿੱਟੀ ਹੋ ਗਈ ਮਹਾਰਾਜ। ਅਤ ਨਿਰਮਾਇਲ ਸੀਜਸ ਦੇਹਾ, ਔਰ ਉਹਦੀ ਦੇਹ ਵੀ ਹੁਣ ਸੀਜਸ ਦਾ ਅਰਥ ਹੁੰਦਾ ਹੈ ਜੋ ਸਫਲ ਹੋ ਗਈ ਹੈ, ਜਿਹੜੀ ਪਾਰ ਚਲੀ ਗਈ। ਦੇਹ ਹੁਣ ਇਸ ਵਸਤੂ ਲਈ ਵਰਤੀ ਗਈ ਤਾਂ ਉਹ ਸਕਸੈਸ ਹੋ ਗਈ। ਹੁਣ ਉਹ ਦੇਹ ਹੁਣ ਮੱਟੀ 'ਚ ਮਿਲੇਗੀ, ਪਰ ਉਹਦਾ ਜੋ ਰਿਜ਼ਲਟ ਹੈ ਉਹ ਨਿਰੰਕਾਰ ਦੇ ਵਿੱਚ ਸਮਾ ਗਿਆ। ਆਤਮਾ ਜੁੜ ਗਈ ਆਪਣੇ ਘਰ ਨਾਲ। ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਜਿਹੜੀ ਲਿਵ ਛੁਟਕੀ ਸੀ ਉਹ ਫਿਰ ਮੁੜ ਕੇ ਲਿਵ ਉਹਦੇ 'ਚ ਲੱਗ ਗਈ। ਹੁਣ ਜਿਹੜਾ ਮੈਨੂੰ ਸੰਭਾਲਦਾ ਹੈ ਉਹ ਲਿਵ ਨਾਲ ਜੁੜ ਗਏ ਉਹਦੇ। ਹੁਣ ਨਿਰੰਕਾਰ ਹੀ ਸੰਭਾਲਦਾ ਹੈ। ਹੁਣ ਜੋ ਕੁਝ ਵੀ ਹੋ ਰਿਹਾ ਹੈ ਉਹਦੇ ਹੁਕਮ ਵਿੱਚ ਹੋ ਰਿਹਾ ਹੈ, ਔਰ ਜੋ ਉਹਦਾ ਭਾਣਾ ਹੈ ਉਹੀ ਮੇਰਾ ਰੰਗ ਹੈ, ਰੂਪ ਹੈ, ਉਹੀ ਮੇਰੇ ਦਰਸ਼ਨ ਹਨ। ਮਹਾਰਾਜ ਕਹਿੰਦੇ ਨੇ ਫਿਰ ਜਿਨ ਜਾਤਾ,
ਸੋ ਤਿਸ ਹੀ ਜਿਹਾ ਅਤ ਨਿਰਮਾਇਲ ਸੀਜਸ ਦੇਹਾ। ਇਹ ਦੇਹ ਹੁਣ ਸਫਲ ਹੋ ਗਈ ਮਹਾਰਾਜ। ਰਹਿਸੀ ਰਾਮ ਹਿਰਦੇ ਇੱਕ ਪਾਏ। ਰਹਿਸੀ ਰਾਮ, ਉਸ ਰਾਮ ਦੇ ਪ੍ਰੇਮ ਵਿੱਚ ਆਨੰਦ ਮੰਗਲ ਹੋ ਗਿਆ ਮਹਾਰਾਜ। ਹਿਰਦੇ ਹੁਣ ਪ੍ਰੇਮ ਰੂਪ ਹੋ ਗਿਆ ਮਹਾਰਾਜ। ਰਹਿਸੀ ਰਾਮ ਹਿਰਦੇ ਇੱਕ ਪਾਏ, ਉਹਨੂੰ ਇੱਕ ਪਾ ਗਿਆ। ਹੁਣ ਦੂਸਰੇ ਦੀ ਕੋਈ ਲੋੜ ਨਹੀਂ ਹੈ। ਜੀਵਨ ਦਾ ਕਾਰਨ ਇੱਕ ਹੀ ਰਹਿ ਗਿਆ। ਹੁਣ ਉਹ ਪਾ ਗਿਆ ਹੈ ਮੈਨੂੰ, ਮੇਰਾ ਪ੍ਰੇਮੀ ਮੈਨੂੰ ਮਿਲ ਗਿਆ, ਬਾਕੀ ਦੁਨੀਆ ਦੀ ਕੀ ਲੋੜ ਹੈ। ਜਿਸ ਨੂੰ ਮੈਂ ਭਾਲਦਾ ਸੀ ਉਹ ਮੇਰਾ ਜੀਵਨ ਹੋ ਗਿਆ ਹੈ। ਰਹਿਸੀ ਰਾਮ, ਉਸ ਰਾਮ ਦੇ ਵਿੱਚ ਮੈਂ ਆਨੰਦ ਹੋ ਗਿਆ ਮਹਾਰਾਜ। ਹੁਣ ਨਾਮ ਦੇ ਵਿੱਚ ਮੇਰਾ ਮਨ ਰਿੱਝ ਗਿਆ ਹੈ, ਭਿੱਜ ਗਿਆ ਹੈ, ਔਰ ਉਹਦੇ ਵਿੱਚ ਕੁਛ ਵੀ ਹੁਣ ਕਾਲਕ ਨਹੀਂ ਰਹਿ ਗਈ, ਨਿਰਮਲ ਹੋ ਗਿਆ ਹੈ। ਰਹਿਸੀ ਰਾਮ ਹਿਰਦੇ ਇੱਕ ਪਾਏ, ਹੁਣ ਇੱਕ ਪਾ ਗਿਆ, ਹੁਣ ਦੂਸਰਾ ਕੋਈ ਨਹੀਂ ਹੈ ਮਹਾਰਾਜ। ਇਹ ਗੱਲ ਭਗਤ ਰਵਿਦਾਸ ਨੇ ਵੀ ਕੀਤੀ ਸੀ ਜਦੋਂ ਬੇਗਮਪੁਰਾ ਦੀ ਗੱਲ ਕਰਦੇ ਹਨ। ਅਬ ਮੋਹੇ ਖੂਬ ਵਤਨ ਗਏ ਪਾਹੀ, ਉਹਾ ਖੈਰ ਸਦਾ ਮੇਰੇ ਪਾਈ। ਕਹਿੰਦੇ ਨੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੁਆਈ। ਦੂਸਰਾ ਨਹੀਂ, ਕੋਈ ਤੀਸਰਾ ਨਹੀਂ, ਬਸ ਇੱਕ ਨਲਵਾ ਹੈ ਮੇਰਾ। ਮੇਰੇ ਸਾਹਮਣੇ ਕੋਈ ਆ ਕੇ ਮੈਨੂੰ ਨੁਕਸਾਨ ਕਰਨਾ ਚਾਹੁੰਦਾ ਹੈ, ਉਹ ਵੀ ਨਿਰੰਕਾਰ ਦਾ ਰੂਪ ਹੈ। ਸੰਤ ਅਤਰ ਸਿੰਘ ਜੀ ਨੂੰ ਇੱਥੇ ਬੰਗਲਾ ਸਾਹਿਬ ਵਿੱਚ ਸੱਪ ਨੇ ਡੱਸ ਲਿਆ ਤਾਂ ਮਹਾਰਾਜ ਨੇ ਕਿਹਾ ਤੁਸੀਂ ਆ ਗਏ ਹੋ। ਸਭ ਨਿਰੰਕਾਰ ਦਿਖਦਾ ਹੈ ਮਹਾਰਾਜ, ਕੋਈ ਦੂਸਰਾ ਨਹੀਂ ਦਿਖਦਾ ਹੈ। ਅਤ ਨਿਰਮਾਇਲ ਸੀਜਸ ਦੇਹਾ, ਇਹੀ ਹੈ ਹੁਣ ਸਫਲਤਾ ਜੀਵਨ ਦੀ ਮਹਾਰਾਜ। ਮੈਂ ਕੁਝ ਹੋਰ ਸੋਚਦਾ ਰਿਹਾ ਹਾਂ। ਸਫਲਤਾ ਉਹ ਜੀਣਾ ਵੀ ਜੀਣਾ ਹੈ, ਜੀਂਦੇ ਰਹਿਣਾ ਹੈ ਉਸਨੂੰ। ਉਹਨੂੰ ਜੀਂਦੇ ਹੋਏ ਇਸ ਤਰ੍ਹਾਂ ਸੁਰਤ ਕਾਇਮ ਕਰਨੀ ਹੈ ਕਿ ਸੁਰਤ ਦਾ ਆਧਾਰ ਉਹ ਜੀਵਨ ਨਾ ਰਹੇ। ਤਾਂ ਫਿਰ ਮੈਂ ਆਪਣਾ ਔਰ ਆਪਣੇ ਪਰਿਵਾਰ ਦਾ ਭਲਾ ਕਰਾਂਗਾ ਪੂਰੀ ਤਰ੍ਹਾਂ, ਨਹੀਂ ਤਾਂ ਮੈਂ ਕੁਝ ਵੀ ਭਲਾ ਨਹੀਂ ਕਰ ਪਾਵਾਂਗਾ। ਨਹੀਂ ਤਾਂ ਇਹ ਅਲੱਗ-ਅਲੱਗ ਟ੍ਰੇਨ ਦੀ ਬੋਗੀਆਂ ਹਨ, ਸਭ ਆਪਣੇ ਆਪਣੇ ਰਾਹ ਵਿੱਚ ਚੱਲ ਜਾਣਗੀਆਂ, ਆਪਣੇ ਆਪਣੇ ਸਮੇਂ ਨਾਲ ਸਰੀਰ ਛੱਡਣਗੀਆਂ, ਕਰਮਾਂ ਦੇ ਵਿੱਚ ਚਲਦੀਆਂ ਰਹਿਣਗੀਆਂ। ਕਿਆ ਭਵੀਏ ਸੱਚ ਸੂਚਾ ਹੋਏ, ਸਾਤ ਸ਼ਬਦ ਬਿਨ ਮੁਕਤ ਨਾ ਕੋਏ ਮਹਾਰਾਜ। ਰਹਿਸੀ ਰਾਮ ਹਿਰਦੇ ਇੱਕ ਪਾਏ, ਉਸ ਇੱਕ ਦੇ ਵਿੱਚ ਹੁਣ ਦਰਸ਼ਨ ਆ ਗਏ ਹਨ ਜੀਵਨ ਦੇ ਪੂਰੇ, ਕੋਈ ਦੂਸਰਾ ਨਹੀਂ ਹੈ। ਅੰਤਰ ਸ਼ਬਦ ਸਾਚ ਲਿਵ ਲਾਏ, ਉਸ ਸੱਚੇ ਨਾਲ ਮਨ ਲੱਗ ਗਿਆ ਮਹਾਰਾਜ। ਅੰਤਰ ਵਿੱਚ ਸ਼ਬਦ ਦਾ ਵਾਸਾ ਹੋ ਗਿਆ ਹਜ਼ੂਰ। ਜਿਸ ਸ਼ਬਦ ਨੂੰ ਮਹਾਰਾਜ ਨੇ ਗੁਰੂ ਕਿਹਾ, ਜਿਸ ਸ਼ਬਦ ਦੇ ਨਾਲ ਸਾਡਾ ਮਨ ਬਦਲੀ ਹੋਣਾ ਹੈ, ਜਿਸ ਸ਼ਬਦ ਦੇ ਜਾਪ ਵਿੱਚ ਅਸੀਂ ਬੈਠ ਕੇ ਆਪਣੇ ਮਨ ਨੂੰ ਬਦਲ ਸਕਦੇ ਹਾਂ। ਸੁਣੀਏ ਮੰਨੀਏ ਮਨ ਕੀਤਾ ਪਾਓ। ਗਾਵੀਏ ਸੁਣੀਏ ਮਨ ਕੀਤਾ ਪਾਓ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁਣੀਏ ਮੰਨੀਏ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਲਾਓ। ਆਪਣੇ ਮਨ ਵਿੱਚ ਹੀ ਤੀਰਥ ਬਣ ਗਿਆ ਮਹਾਰਾਜ। ਨਿਰੰਕਾਰ ਨਾਲ ਸੁਰਤ ਜੋੜੀ, ਆਨੰਦ ਹੋ ਗਿਆ। ਦੁੱਖ ਨੂੰ ਛੱਡਣਾ ਹੈ ਮਹਾਰਾਜ, ਤਾਂ ਇਹ ਰਸਤਾ ਹੈ, ਨਹੀਂ ਤਾਂ ਦੂਸਰਾ ਰਸਤਾ ਦੁੱਖਾਂ ਦਾ ਭਰਿਆ ਹੀ ਹੈ। ਤਿਆਗ ਇੱਥੇ ਵੀ ਹੈ, ਸੌਖਾ ਇਹ ਵੀ ਨਹੀਂ ਹੈ, ਪਰ ਇਹੀ ਅਸੀਂ ਜਾਣਨਾ ਹੈ ਅਧਿਆਤਮ ਕੀ ਹੈ ਜੀਵਨ। ਔਰ ਇਹ ਜਿੰਦੇ ਜੀ ਜਿਤਨੇ ਚਿਰ ਸਰੀਰ ਹੈ ਮਹਾਰਾਜ, ਉਤਨੇ ਤੇਰਾ ਮੌਕਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਓਂਕਾਰੇਸ਼ਵਰ ਦੀ ਬਾਣੀ ਦੇ 10ਵੀਂ ਪਦੇ ਦੀ ਅੱਜ ਦਰਸ਼ਨ ਅਸੀਂ ਕੀਤੇ ਹਨ।
ਗੁਰੂ ਮਹਾਰਾਜ ਦੇ ਚਰਨ ਦਾ ਧਿਆਨ ਕਰਨ ਦਾ ਸਮਾਂ ਮਿਲਿਆ ਹੈ। ਅਗਰ ਧਿਆਨ ਮਹਾਰਾਜ ਦੇ ਚਰਨਾਂ ਵਿੱਚ ਹੋ ਸਕੇ ਤਾਂ ਕਰੀਏ, ਸ਼ਬਦ ਨੂੰ ਹਾਜ਼ਰ ਕਰੀਏ ਜੀਵਨ ਵਿੱਚ। ਇਤਨੀ ਹੀ ਅੱਜ ਵਿਚਾਰ ਪ੍ਰਵਾਨ ਕਰਨਾ, ਮੇਰੀਆਂ ਭੁੱਲਾਂ ਖਿਮਾ ਕਰ ਦੇਣਾ। ਗੁਰੂ ਸਾਹਿਬ ਨੂੰ ਅਰਦਾਸ ਹੋਏ, ਫੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹਾਂ ਕੋ ਮੋਸੋ। ਬਖਸ਼ ਦਿਓ ਮਹਾਰਾਜ ਸਾਨੂੰ, ਇਹ ਸ਼ਬਦ ਨੂੰ ਕਮਾ ਸਕੀਏ ਕਦੇ ਜੀਵਨ ਵਿੱਚ। ਖੇਤ ਹੀ ਕਰੋ ਨਿਬੇੜਾ, ਇਹ ਕਿਰਪਾ ਹੋ ਜਾਏ ਮਹਾਰਾਜ, ਨਜ਼ਰ ਕਰ ਦਿਓ। ਧੰਨਵਾਦ। ਆਪ ਕੁਝ ਕਹਿਣਾ ਚਾਹੋ, ਕੁਝ ਪੁੱਛਣਾ ਦੱਸਣਾ ਚਾਹੋ, ਜ਼ਰੂਰ ਪੁੱਛਣਾ ਮਹਾਰਾਜ। ਵਾਹਿਗੁਰੂ ਜੀ।